घर घर नौकरी अब 1152 ਲਈ 2 ਲੱਖ ਬੱਚਾ ਅੱਗੇ ਆਏਗਾ। ਜੇ ਪਿਛਲੇ 10-15 ਸਾਲ ਦਾ ਵਿਦੇਸ਼ ਜਾਣ ਦਾ ਰਿਕਾਰਡ ਦੇਖ ਲਈਏ, ਉਹ ਨਾ ਗਏ ਹੁੰਦੇ ਤੇ 5 ਲੱਖ ਹੁੰਦਾ। ਦੋ ਮਿਸਮੈਨੇਜਮੈਂਟਾਂ ਉੱਥੇ ਹੋਈਆਂ। ਪਹਿਲਾਂ ਤਾਂ ਕਕਾਰਾਂ ਦੇ ਸੰਬੰਧ ਦੇ ਵਿੱਚ 1-2 ਸੈਂਟਰਾਂ ਦੇ ਉੱਤੇ ਜਿਹੜੀ ਵੀ ਉਹਨਾਂ ਨੇ ਇਹ ਖੜਦੂਮ ਮਚਾਇਆ ਹੈ ਔਰ ਸਰਕਾਰ ਦਾ ਅਕਸ ਖਰਾਬ ਕਰਨ ਦਾ ਯਤਨ ਕੀਤਾ, ਉਹਨੂੰ ਹੁਕਮ ਕਿਹਨੇ ਦਿੱਤਾ ਸੀ, ਉੱਤੇ ਕਾਰਵਾਈ ਕੀ ਕੀਤੀ ਹੈ, ਅਜੇ ਤੱਕ ਇਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ। ਪੰਜਾਬ ਦੇ ਵਿੱਚ ਲੜਕੀਆਂ ਕੋਈ ਪਟਵਾਰੀ ਨਜ਼ਰ ਨਹੀਂ ਆਈਆਂ। ਪਹਿਲੀ ਵਾਰ ਹੈ ਕਿ ਇਹਨਾਂ ਪ੍ਰੀਖਿਆ ਦੇ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ ਵੀ ਆਈਆਂ। ਵੱਡੇ ਕਿਸਾਨ ਨੂੰ ਤਾਂ ਚਾਹੀਦਾ, ਛੋਟੇ ਕਿਸਾਨ ਨੂੰ ਚਾਹੀਦਾ ਕਿੱਥੇ ਹੈ? 5 ਦਿਨ 6 ਦਿਨ ਹਾੜੀ ਚ, 5-7 ਦਿਨ ਸੌਣੀ ਚ, ਉਦੋਂ ਬਾਅਦ ਤਾਂ ਅਸੀਂ ਘਰੀ ਖੜਾਇਆ ਵਾ। ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ। ਇੱਕ ਹੋਰ 400 ਯੂਨਿਟ ਦੇ ਦਿਆਂਗੇ, ਦੂਜਾ ਕਹਿੰਦਾ 300 ਦੇ ਦਿਆਂਗੇ, ਇੱਕ ਕਹਿੰਦਾ 200 ਦੇ ਦਿਆਂਗੇ, ਮੇਰਾ ਖਿਆਲ ਇੱਕ ਤਾਂ ਹੋਰ ਆ ਜਾਊਗਾ, ਕਹੂਗਾ 500 ਯੂਨਿਟ ਦੇ ਦਿਆਂਗੇ। ਬੱਸਾਂ ਦੇ ਵਿੱਚ ਛੱਤਾਂ ਤੇ ਬੈਠ ਕੇ ਆ ਰਹੇ ਸੀ ਔਰ ਐਕਸੀਡੈਂਟ ਵੀ ਹੋਏ। ਉਸ ਐਕਸੀਡੈਂਟ ਦੇ ਵਿੱਚ ਬੱਚੇ ਦਾ ਨੁਕਸਾਨ ਹੋਇਆ। ਕੋਈ ਸ਼ਰਮ ਕਰ ਲਓ ਮਾੜੀ ਮੋਟੀ ਬੈਠ ਕੇ। ਚੀਫ ਜਸਟਿਸ ਆਫ ਇੰਡੀਆ ਨੇ ਇਹ ਗੱਲ ਆਪਣੇ ਮੂੰਹ ਤੋਂ ਆਖੀ ਹੈ। ਉਹਨਾਂ ਦਾ ਬਿਆਨ ਹੈ ਕਿ ਭਾਰਤ ਦੇਸ਼ ਦੇ ਥਾਣਿਆਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਉਹ ਹੋ ਰਿਹਾ। ਅੱਜ ਅਸੀਂ ਪੜ੍ਹ ਲਿਖ ਕੇ ਲੋਕ ਚੰਦ ਤੇ ਜਾ ਚੁੱਕੇ ਨੇ। ਜੀ ਜੀ, ਲੋਕ ਮੰਗਲ ਗ੍ਰਹਿ ਤੇ ਪਾਣੀ ਲੱਭਦੇ ਫਿਰਦੇ ਨੇ, ਉੱਥੇ ਵਸਾਉਣ ਨੂੰ ਫਿਰਦੇ ਨੇ, ਤੇ ਇੱਥੇ ਅਸੀਂ ਲੋਕ ਜਿਹੜੇ ਆ ਉਹਨਾਂ ਦਾ ਥਾਣਿਆਂ ਦੇ ਵਿੱਚ ਜਿਹੜਾ ਘਾਣ ਹੁੰਦਾ ਮਨੁੱਖੀ ਅਧਿਕਾਰਾਂ ਦਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਅੱਜ ਕੱਲ੍ਹ ਤਕਨੀਕਾਂ ਬਹੁਤ ਆ ਗਈਆਂ ਨੇ। ਚੀਫ ਜਸਟਿਸ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਹੈ। ਇਹਦੀ ਅਸਲ ਪੁਆੜੇ ਦੀ ਜੜ ਆਬਾਦੀ ਹੈ। ਤੁਸੀਂ ਨਾ ਇੰਨਿਆਂ ਨੂੰ ਰੁਜ਼ਗਾਰ ਦੇ ਸਕਦੇ ਹੋ। ਤੁਸੀਂ ਵੀ ਬਹਿ ਜਾਓ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਹਿ ਕੇ ਇੰਨੇ ਸਾਧਨ ਨਹੀਂ ਪੈਦਾ ਕਰ ਸਕਦੇ। ਅਜਿਹੇ ਮਾਮਲੇ ਦੇ ਵਿੱਚ ਫਿਰ ਤੁਹਾਨੂੰ ਸਵੈ ਰੁਜ਼ਗਾਰ ਵਾਲੇ ਪਾਸੇ ਬੱਚਿਆਂ ਨੂੰ ਲਿਜਾਣਾ ਪਵੇਗਾ। ਜਾਪਾਨ ਦੇ ਸ਼ਹਿਰ ਟੋਕੀਓ ਦੇ ਵਿੱਚ ਪਹੁੰਚੇ ਹੋਏ ਸੀ, ਜਿੱਥੇ ਕਿ ਓਲੰਪਿਕ ਪਿੰਡ ਵਸਾਇਆ ਗਿਆ ਸੀ, ਤੇ ਹੁਣ ਇਹ ਰੌਣਕ ਖਤਮ ਹੋ ਗਈ ਹੈ ਇਸ ਵਾਅਦੇ ਦੇ ਨਾਲ ਕਿ 2024 ਓਲੰਪਿਕਸ ਦੇ ਵਿੱਚ ਪੈਰਿਸ ਦੇ ਵਿੱਚ ਮਿਲਿਆ ਜਾਏਗਾ। ਯਾਨੀ ਕਿ ਫਰਾਂਸ ਦੇ ਵਿੱਚ ਅਗਲੀਆਂ ਓਲੰਪਿਕਸ ਹੋਣਗੀਆਂ ਤੇ ਉਹਨਾਂ ਦਾ ਨਾਂ ਦਿੱਤਾ ਗਿਆ ਪੈਰਿਸ ਓਲੰਪਿਕ 2024। ਤੇ ਟੋਕੀਓ ਓਲੰਪਿਕਸ ਤੇ ਵਾਪਸ ਆ ਜਾਂਦੇ ਆ ਤੇ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਤਮਗੇ ਜਿੱਤਣ ਦੇ ਵਿੱਚ ਸਰਦਾਰੀ ਹਾਸਲ ਕਰ ਲਈ ਹੈ। ਅਮਰੀਕਾ ਅਤੇ ਚਾਈਨਾ ਦਾ ਮੁਕਾਬਲਾ ਚੱਲਦਾ ਆ ਰਿਹਾ ਤੇ ਇਸ ਵਾਰ ਅਮਰੀਕਾ ਅੱਗੇ ਆ। ਅਮਰੀਕਾ ਨੇ ਕੁੱਲ 113 ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਚੀਨ ਨੇ 88 ਮੈਡਲ ਜਿੱਤੇ ਨੇ ਤੇ ਦੂਸਰਾ ਸਥਾਨ ਹਾਸਲ ਕੀਤਾ। ਭਾਰਤ ਦੇ ਐਥਲੀਟਾਂ ਨੇ ਪਿਛਲੀਆਂ ਓਲੰਪਿਕਸ ਦੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਨੇ ਕਿ ਕੁੱਲ 7 ਤਮਗੇ ਹਾਸਲ ਕੀਤੇ ਨੇ, ਜਿਹਦੇ 'ਚ ਇੱਕ ਸੋਨੇ ਦਾ ਤਮਗਾ ਵੀ ਹੈ ਤੇ 2 ਚਾਂਦੀ ਦੇ ਤਮਗੇ ਵੀ ਨੇ। ਜਿਹੜੀਆਂ ਓਲੰਪਿਕ ਸੀ ਉਹਦੇ ਵਿੱਚ ਸਾਡੀ ਸਥਿਤੀ ਕੀ ਆਈ? ਮੇਰਾ ਖਿਆਲ ਹੈ ਕਿ ਜੇ ਆਬਾਦੀ ਦਾ ਇੱਕ ਮੁਕਾਬਲਾ ਕਰਾ ਲਿਆ ਜਾਵੇ ਤਾਂ ਅਸੀਂ ਤੇ ਚੀਨ ਹੀ ਪਹਿਲੇ ਨੰਬਰ ਤੇ ਆਵਾਂਗੇ, ਬਾਕੀ ਤਾਂ ਬਹੁਤ ਹੇਠਾਂ ਰਹਿ ਜਾਣਗੇ। ਇਹਦੇ ਨਾਲ ਸਾਡੇ 1 ਅਰਬ 37 ਕਰੋੜ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ। ਕੇਂਦਰੀ ਖੇਡ ਮੰਤਰੀ, 2 ਕੁ ਉਹਦੇ ਨਾਲ ਰਾਜ ਮੰਤਰੀ ਵੀ ਹੋਣਗੇ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਾਂ ਦੇ ਵਿੱਚ ਖੇਡ ਮੰਤਰੀ, ਮੁੱਖ ਮੰਤਰੀ, ਇਹਨਾਂ ਨੂੰ ਕਦੇ ਬੈਠ ਕੇ ਠੰਡਾ ਪਾਣੀ ਪਾ ਕੇ ਸਿਰ 'ਚ ਸੋਚਣ ਦਾ ਮੌਕਾ ਨਹੀਂ ਮਿਲਦਾ। ਹਰ ਇੱਕ ਚੀਜ਼ ਦੇ ਵਿੱਚ ਚੀਨ ਦੇਖੋ ਬਿਲਕੁਲ ਹੇਠੋਂ ਉੱਠ ਕੇ ਅਮਰੀਕਾ ਵਰਗੇ ਦੇਸ਼ ਨੂੰ ਟੱਕਰ ਦਿੱਤੀ ਆ। ਹੁਣ ਵੀ ਕਈ ਮਾਮਲਿਆਂ ਦੇ ਵਿੱਚ ਅਮਰੀਕਾ ਤੋਂ ਵੀ ਅੱਗੇ ਨਿਕਲ ਗਿਆ ਚੀਨ। ਤੇ ਅਸੀਂ ਭਾਰਤ ਦੇ ਲੋਕ ਜਾਂ ਸਾਡਾ ਦੇਸ਼ ਹਾਲੇ ਵੀ ਬਹੁਤ ਪਿੱਛੇ ਰਹਿ ਗਿਆ। ਕਿਸਾਨੀ ਮਾਮਲਿਆਂ ਤੇ ਜਿੱਥੇ 8.5 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋਣ, ਉਸ ਮੁਲਕ ਦਾ ਹੋਊਗਾ ਕੀ? ਇੱਕ ਪਾਸੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਦੂਜੇ ਪਾਸੇ ਇਹ ਕੁਛ ਹੈ। ਖੁਦਕਸ਼ੀਆਂ ਦਾ ਕਰਾ ਲਓ ਮੁਕਾਬਲਾ, ਸਾਡਾ ਪਹਿਲੇ ਨੰਬਰ ਤੇ ਆਏਗਾ। ਅਸੀਂ ਕੋਈ ਨੇੜੇ ਵੀ ਨਹੀਂ ਖੜਨਾ ਹੋਰ ਮੁਲਕ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ, ਤੇ ਮੈਂ ਹਾਂ ਰਾਓ ਵਰਿੰਦਰ ਸਿੰਘ। ਤੇ ਅੱਜ ਭਾਰਤ ਦੇ ਅਨੁਸਾਰ ਸੋਮਵਾਰ ਦਾ ਦਿਨ ਹੈ ਤੇ ਸਵੇਰ ਦੇ
6 ਵੱਜ ਚੁੱਕੇ ਨੇ ਜੀ ਤੇ 6 ਵਜੇ ਦੇ ਨਾਲ ਹੀ ਸਾਡਾ ਸ਼ੁਰੂ ਹੋ ਜਾਂਦਾ ਇਹ ਲਾਈਵ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਾਡੇ ਸਹਿਯੋਗੀ ਜਸਪਾਲ ਸਿੰਘ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਤੇ ਗੱਲ ਅੱਜ ਸਭ ਤੋਂ ਪਹਿਲਾਂ ਜੇਕਰ ਕਰੀਏ ਤਾਂ ਟੋਕੀਓ ਓਲੰਪਿਕਸ ਦੀ ਕਰ ਲੈਂਦੇ ਆ। ਟੋਕੀਓ ਓਲੰਪਿਕਸ ਦੀ ਸਮਾਪਤੀ ਹੋ ਗਈ ਹੈ। ਦੁਨੀਆ ਭਰ ਤੋਂ ਐਥਲੀਟ ਜਾਪਾਨ ਦੇ ਸ਼ਹਿਰ ਟੋਕੀਓ ਦੇ ਵਿੱਚ ਪਹੁੰਚੇ ਹੋਏ ਸੀ, ਜਿੱਥੇ ਕਿ ਓਲੰਪਿਕ ਪਿੰਡ ਵਸਾਇਆ ਗਿਆ ਸੀ ਤੇ ਹੁਣ ਇਹ ਰੌਣਕ ਖਤਮ ਹੋ ਗਈ ਹੈ ਇਸ ਵਾਅਦੇ ਦੇ ਨਾਲ ਕਿ 2024 ਓਲੰਪਿਕਸ ਦੇ ਵਿੱਚ ਪੈਰਿਸ ਦੇ ਵਿੱਚ ਮਿਲਿਆ ਜਾਏਗਾ, ਯਾਨੀ ਕਿ ਫਰਾਂਸ ਦੇ ਵਿੱਚ ਅਗਲੀਆਂ ਓਲੰਪਿਕਸ ਹੋਣਗੀਆਂ ਤੇ ਉਹਨਾਂ ਦਾ ਨਾਂ ਦਿੱਤਾ ਗਿਆ ਪੈਰਿਸ ਓਲੰਪਿਕ 2024। ਤੇ ਟੋਕੀਓ ਓਲੰਪਿਕਸ ਤੇ ਵਾਪਸ ਆ ਜਾਂਦੇ ਆ ਤੇ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਤਮਗੇ ਜਿੱਤਣ ਦੇ ਵਿੱਚ ਸਰਦਾਰੀ ਹਾਸਲ ਕਰ ਲਈ ਹੈ। ਹਰ ਵਾਰ ਅਸੀਂ ਦੇਖ ਰਹੇ ਹਾਂ ਪਿਛਲੇ ਅਨੇਕਾਂ ਓਲੰਪਿਕਸ ਦੇ ਵਿੱਚ ਅਮਰੀਕਾ ਅਤੇ ਚਾਈਨਾ ਦਾ ਮੁਕਾਬਲਾ ਚੱਲਦਾ ਆ ਰਿਹਾ ਤੇ ਇਸ ਵਾਰ ਅਮਰੀਕਾ ਅੱਗੇ ਆ। ਅਮਰੀਕਾ ਨੇ ਕੁੱਲ 113 ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਚੀਨ ਨੇ 88 ਮੈਡਲ ਜਿੱਤੇ ਨੇ ਤੇ ਦੂਸਰਾ ਸਥਾਨ ਹਾਸਲ ਕੀਤਾ। ਭਾਰਤ ਦੀ ਗੱਲ ਕਰ ਲੈਂਦੇ ਆ। ਭਾਰਤ ਦੇ ਐਥਲੀਟਾਂ ਨੇ ਪਿਛਲੀਆਂ ਓਲੰਪਿਕਸ ਦੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਨੇ ਕਿ ਕੁੱਲ 7 ਤਮਗੇ ਹਾਸਲ ਕੀਤੇ ਨੇ, ਜਿਹਦੇ 'ਚ ਇੱਕ ਸੋਨੇ ਦਾ ਤਮਗਾ ਵੀ ਹੈ ਤੇ 2 ਚਾਂਦੀ ਦੇ ਤਮਗੇ ਵੀ ਨੇ। ਸਭ ਤੋਂ ਪਹਿਲਾਂ ਢਿੱਲੋਂ ਸਾਹਿਬ, ਇਸੇ ਟੋਕੀਓ ਓਲੰਪਿਕ ਜਿਹੜੀ ਹੁਣ ਵਿਛੜ ਚੁੱਕੇ ਨੇ ਐਥਲੀਟ, ਅਮਰੀਕਾ ਤੇ ਚੀਨ ਦਾ ਜਿਹੜਾ ਮੁਕਾਬਲਾ ਅਸੀਂ ਹਮੇਸ਼ਾ ਐਥਲੀਟਾਂ ਦਾ ਦੇਖਦੇ ਹਾਂ, ਅਮਰੀਕਾ ਇਸ ਵਾਰ ਬਾਜੀ ਮਾਰ ਗਿਆ ਤੇ ਕਿਸ ਤਰੀਕੇ ਨਾਲ ਅਮਰੀਕਾ ਇਸ ਵੇਲੇ ਦੇਖ ਰਿਹਾ ਕਿ ਇਹ ਚੀਨ ਤੇ ਇੱਕ ਜਿੱਤ ਵਜੋਂ ਦੇਖ ਰਿਹਾ ਹੋਣਾ ਅਮਰੀਕਾ? ਫਿਰ ਦੇਖੋ, ਜਿਹੜੀਆਂ ਟੋਕੀਓ ਓਲੰਪਿਕ ਦੀ ਸਮਾਪਤੀ ਹੋਈ ਹੈ, ਖਿਡਾਰੀਆਂ ਨੇ, ਤੁਹਾਨੂੰ ਯਾਦ ਹੋਣਾ ਮਹੀਨਾ ਵੀ ਸਾਉਣ ਦਾ ਹੈ। ਸਾਡੇ ਪਿੰਡਾਂ ਦੇ ਵਿੱਚ ਜਦੋਂ ਕੁੜੀਆਂ ਤੀਆਂ ਦੇ ਮੌਕੇ ਜੁੜਦੀਆਂ ਸਨ ਤਾਂ ਆਖਰੀ ਦਿਨ ਹੁੰਦਾ ਸੀਗਾ ਤੀਆਂ ਦਾ, ਸਾਉਣ ਦਾ ਮਹੀਨਾ, ਅਗਲੇ ਦਿਨ ਭਾਦੋਂ ਚੜ੍ਹਦੀ ਹੁੰਦੀ ਤਾਂ ਅਕਸਰ ਇਹ ਗੀਤ ਗਾਇਆ ਕਰਦੀਆਂ ਸਨ ਤੀਆਂ ਦੇ ਵਿੱਚ ਕਿ ਸਾਉਣ ਵੀਰ ਇਕੱਠਿਆ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਸੋ ਭਾਦੋਂ ਵੀ ਆਉਣ ਵਾਲੀ ਹੈ ਤੇ ਸਾਉਣ ਦਾ ਮਹੀਨਾ ਸੀ ਜਿਹਦੇ ਵਿੱਚ ਸਾਰੇ ਉੱਥੇ ਇਕੱਤਰ ਹੋਏ। ਸਾਉਣ ਦੇ ਵਿੱਚ ਜਿਹੜੀਆਂ ਉਹ ਵਿਆਹੀਆਂ ਨਾ ਵਿਆਹੀਆਂ ਕੁੜੀਆਂ ਨੇ, ਹਾਂਜੀ, ਉਹ ਸਾਰੀਆਂ ਪੇਕਿਆਂ ਦੇ ਵਿੱਚ ਆਉਂਦੀਆਂ ਸੀ। ਉਹਦਾ ਮੁੱਖ ਕਾਰਨ ਤਾਂ ਇਹੀ ਸੀ। ਭਾਵੇਂ ਤੀਆਂ ਬਾਰੇ ਹੋਰ ਬੜਾ ਕੁਝ ਪ੍ਰਚਲਿਤ ਹੈ ਕਿ ਕਿਵੇਂ ਜਿਹੜੇ ਪੁਰਾਣੇ ਹਾਕਮ ਸੀ ਉਹ ਉੱਥੋਂ ਕੁੜੀਆਂ ਨੂੰ ਚੁਣ ਕੇ ਲੈ ਜਾਂਦੇ ਸੀ, ਇਸ ਤਰ੍ਹਾਂ ਦੀਆਂ ਪ੍ਰਚਲਿਤ ਗੱਲਾਂ ਵੀ ਹੈਗੀਆਂ ਨੇ। ਪਰ ਫਿਰ ਵੀ ਇਹ ਇੱਕ ਮੇਲ ਦਾ ਹੁੰਦਾ ਸੀਗਾ ਕਿ ਜਿਹੜੀਆਂ ਕੁੜੀਆਂ ਵਿਆਹੀਆਂ ਵਰੀਆਂ ਜਾਂਦੀਆਂ, ਕੋਈ ਕਲਾਸ ਫੈਲੋ ਹੁੰਦੀਆਂ ਹੈ ਨਾ, ਹਮ ਜਮਾਤਨ ਹੁੰਦੀਆਂ ਹੈ ਨਾ, ਉਹ ਸਾਲ ਭਰ ਦੇ ਵਿੱਚੋਂ ਇਹ ਇੱਕ ਅਜਿਹਾ ਤਿਉਹਾਰ ਸੀ ਜਿਹਦੇ ਵਿੱਚ ਇਕੱਤਰ ਹੁੰਦੀਆਂ ਤੇ ਇੱਕ ਦੂਜੇ ਨਾਲ ਮੇਲ ਗੋਜੇਲ ਕਰ ਲੈਂਦੀਆਂ। ਤੋ ਇਹ ਜਿਹੜਾ ਟੋਕੀਓ 2020 ਹੈ, ਭਾਵੇਂ ਹੋਇਆ ਇਸ ਸਾਲ ਹੈ ਪਰ ਇਹ ਲੀਪ ਦੇ ਸਾਲ ਵਿੱਚ ਹੁੰਦੀਆਂ ਨੇ, ਅੱਗੇ ਨੂੰ ਹੁਣ 24 'ਚ ਫਰਾਂਸ ਦੇ ਵਿੱਚ ਹੋਣੀਆਂ ਨੇ। ਇਸ ਦਾ ਬੜੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਨੇ। ਤੁਸੀਂ ਦੇਖੋ ਕਿ ਇਸ ਵਾਰ ਅਮਰੀਕਾ ਨੇ ਚੀਨ ਨੂੰ ਪਛਾੜਤਾ। ਚੀਨ ਦੇ ਕੋਲੇ 1-40 ਤੇ ਹੈਗੇ ਨੇ ਸੋਨੇ ਦੇ ਤਗਮੇ ਜੀ, ਤੇ 40-1 41 ਹੈਗੇ ਨੇ ਚਾਂਦੀ ਦੇ ਤਗਮੇ, 33 ਉਹਨਾਂ ਕੋਲੇ ਕਾਂਸੀ ਦੇ ਤਗਮੇ। ਕੁੱਲ ਉਹਨਾਂ ਨੇ 113 ਤਗਮਿਆਂ ਤੇ ਮਤਲਬ ਕਬਜ਼ਾ ਕਰ ਲਿਆ, ਸਭ ਤੋਂ ਵੱਧ ਅਮਰੀਕਾ ਨੇ। ਠੀਕ ਹੈ, ਅਮਰੀਕਾ ਨੇ। ਚੀਨ ਦੇ ਕੋਲੇ 38 ਨੇ ਸੋਨੇ ਦੇ ਤਗਮੇ, ਭਾਵ ਇਹਨਾਂ ਦਾ ਇੱਕ ਦਾ ਹੀ ਫਰਕ ਹੈ ਸੋਨੇ ਦੇ ਤਗਮਿਆਂ ਵਿੱਚ ਜੀ। 32 ਚਾਂਦੀ ਦੇ, 18 ਕਾਂਸੀ ਦੇ। ਚਾਂਦੀ ਤੇ ਕਾਂਸੀ ਦੇ ਵਿੱਚ ਅਮਰੀਕਾ ਦੀ ਵੱਡੀ ਬਾਜੀ ਹੈ, ਉਹਨਾਂ ਨੇ ਕੁੱਲ 88 ਤਗਮੇ ਪ੍ਰਾਪਤ ਕੀਤੇ ਨੇ। ਜਾਪਾਨ ਨੇ 27 ਸੋਨੇ ਦੇ, 14 ਚਾਂਦੀ ਦੇ, 22 ਕਾਂਸੀ ਦੇ, 65 ਉਹਨਾਂ ਦਾ ਨਾਂ ਆਉਂਦਾ ਹੈਗਾ। ਜਾਪਾਨ ਨੇ ਵੀ ਬੜਾ ਵਧੀਆ ਪ੍ਰਦਰਸ਼ਨ ਕੀਤਾ, ਅੱਛਾ ਪ੍ਰਦਰਸ਼ਨ ਕੀਤਾ ਹੈਗਾ ਜੀ। 27 ਹੋਣ ਕਰਕੇ ਇੰਗਲੈਂਡ ਦੇ 22 ਨੇ, ROC ਦੇ 20 ਨੇ, ਆਸਟ੍ਰੇਲੀਆ ਦੇ 17 ਨੇ ਸੋਨੇ ਦੇ, ਨੀਦਰਲੈਂਡ ਦੇ 10, ਫਰਾਂਸ ਦੇ 10, ਜਰਮਨੀ ਦੇ 10। ਫਿਰ ਜੇ ਅਸੀਂ ਆਉਂਦੇ ਆ ਨਾ ਉਰਦੂ ਵਾਂਗੂ ਸਭ ਤੋਂ ਥੱਲੇ ਸਾਡਾ ਨਾਂ ਆ। ਇਹ ਸ਼ੁਕਰ ਕਰੋ ਕਿ ਸਾਡੇ ਨੀਰਜ ਚੋਪੜਾ ਨੇ ਇੱਕ ਸੋਨੇ ਦਾ ਤਗਮਾ ਜਿੱਤ ਗਿਆ, ਜਿਹਨੂੰ ਸਾਰਾ ਹਿੰਦੁਸਤਾਨ
ਮਤਲਬ ਕਮਲਾ ਹੋ ਕੇ, ਬਿਲਕੁਲ। ਪਰ ਇਹਦੇ ਤੋਂ ਸਬਕ ਕੋਈ ਨਹੀਂ ਸਿੱਖਦਾ। ਪਿਛਲੀਆਂ ਜਿਹੜੀਆਂ ਓਲੰਪਿਕ ਸੀ ਉਹਦੇ ਵਿੱਚ ਸਾਡੀ ਸਥਿਤੀ ਕੀ ਆਈ। ਮੇਰਾ ਖਿਆਲ ਹੈ ਕਿ ਜੇ ਆਬਾਦੀ ਦਾ ਇੱਕ ਮੁਕਾਬਲਾ ਕਰਾ ਲਿਆ ਜਾਵੇ ਤਾਂ ਅਸੀਂ ਤੇ ਚੀਨੀ ਪਹਿਲੇ ਨੰਬਰ ਤੇ ਆਵਾਂਗੇ, ਬਾਕੀ ਤਾਂ ਬਹੁਤ ਹੇਠਾਂ ਰਹਿ ਜਾਣਗੇ। ਇਹਦੇ ਨਾਲ ਸਾਡੇ 1 ਅਰਬ 37 ਕਰੋੜ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ। ਲੋਕਾਂ ਨੂੰ ਤਾਂ ਸ਼ਰਮ ਹੈਗੀ ਹੈ, ਤੇ ਜਿਹੜੇ ਆ ਕੇਂਦਰੀ ਖੇਡ ਮੰਤਰੀ, 2 ਕੁ ਉਹਦੇ ਨਾਲ ਰਾਜ ਮੰਤਰੀ ਵੀ ਹੋਣਗੇ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਾਂ ਦੇ ਵਿੱਚ ਖੇਡ ਮੰਤਰੀ, ਮੁੱਖ ਮੰਤਰੀ, ਇਹਨਾਂ ਨੂੰ ਕਦੇ ਬੈਠ ਕੇ ਠੰਡਾ ਪਾਣੀ ਪਾ ਕੇ ਸਿਰ 'ਚ ਸੋਚਣ ਦਾ ਮੌਕਾ ਨਹੀਂ ਮਿਲਦਾ ਕਿ ਸਾਡੀ ਕਾਰਗੁਜ਼ਾਰੀ ਕੀ ਹੈ। ਪੁੱਠੇ ਕੰਮਾਂ ਦੇ ਵਿੱਚ ਸਾਡੀਆਂ ਕਾਰਗੁਜ਼ਾਰੀਆਂ ਕਿਤੇ ਅੱਗੇ ਨੇ, ਪਰ ਖੇਡਾਂ ਦੇ ਮੁਕਾਬਲੇ ਦੇ ਵਿੱਚ ਅਸੀਂ ਆਬਾਦੀ ਵਿੱਚ ਜਿੰਨਾ ਆਪਦਾ ਰੁਤਬਾ ਵਧਾਇਆ ਹੈਗਾ, ਕਾਸ਼ ਇਹ ਰੁਤਬਾ ਕਿਤੇ ਸਾਡਾ ਖੇਡਾਂ ਵਿੱਚ ਵੀ ਹੁੰਦਾ। ਖੇਡਾਂ ਵਿੱਚ ਸਾਡਾ ਇਹ ਰੁਤਬਾ ਨਹੀਂ। ਇਹ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਹੈ। ਜਿੰਨਾ ਪੈਸਾ ਅਸੀਂ ਖੇਡਾਂ ਤੇ ਬਿਨਾਂ ਫਜ਼ੂਲ ਖਰਚ ਰਹੇ ਹਾਂ, ਉਹਦੀ ਆਊਟਪੁੱਟ ਕੋਈ ਨਹੀਂ। ਕਦੇ ਰਾਜਾਂ ਨੇ ਤੇ ਕੇਂਦਰ ਨੇ ਬੈਠ ਕੇ ਸੋਚਿਆ ਕਿ ਅਸੀਂ ਇਸ ਪਾਸੇ ਵੱਲ ਕਿਉਂ ਨਹੀਂ ਜਾ ਰਹੇ? ਕਿੱਥੇ ਖਾਮੀਆਂ ਨੇ? ਜਿਹੜੀਆਂ ਸਾਡੀਆਂ ਖੇਡ ਸੰਸਥਾਵਾਂ ਨੇ ਉਹ ਕਿੱਥੇ ਖੜੀਆਂ ਨੇ? ਸਿਲੈਕਸ਼ਨ ਕਮੇਟੀਆਂ ਤੇ ਜਿਹੜੇ ਸਵਾਲ ਉੱਠਦੇ ਆ, ਕੀ ਕਦੇ ਕਿਸੇ ਨੇ ਉਹਨਾਂ ਨੂੰ ਦੇਖਣ ਦਾ ਯਤਨ ਕੀਤਾ? ਕੀ ਕਦੇ ਜਿਹੜੇ ਖਿਡਾਰੀ ਅਸਲ ਰੁਤਬਾ ਰੱਖਦੇ ਨੇ, ਅਸਲ ਦੇ ਵਿੱਚ ਅੱਗੇ ਜਾਣਾ ਦੇ ਇਸ਼ਕ ਨੇ, ਔਰ ਉਹਨਾਂ ਦੀ ਕਾਰਗੁਜ਼ਾਰੀ ਵੀ ਚੰਗੀ ਹੈ, ਜਦੋਂ ਉਹਨਾਂ ਨੂੰ ਚੁਣਿਆ ਨਹੀਂ ਜਾਂਦਾ, ਭਾਈ ਭਤੀਜਾਵਾਦ, ਭ੍ਰਿਸ਼ਟਾਚਾਰ ਫੈਲਿਆ, ਫਿਰ ਉਹਨਾਂ ਦੇ ਦਿਲ ਟੁੱਟਦੇ ਨੇ। ਸਾਨੂੰ ਜ਼ਰੂਰਤ ਹੈਗੀ ਹੈ ਕਿ ਪਨੀਰੀ ਪੱਧਰ ਤੋਂ, ਹੇਠਲੇ ਪੱਧਰ ਤੋਂ ਨਰਸਰੀਆਂ ਨੂੰ ਮਜ਼ਬੂਤ ਕਰਨ ਦੀ, ਔਰ ਸਿਲੈਕਸ਼ਨ ਦੇ ਵੇਲੇ ਇੱਕ ਟੀਮ ਇਹੋ ਜਿਹੀ ਪੈਦਾ ਕਰੋ ਜੇ ਉਹਦਾ ਸਕਾ ਪੁੱਤਰ ਵੀ ਉਹਦੇ ਵਾਸਤੇ ਹੋਵੇ, ਤਾਂ ਉਹਨੂੰ ਵੀ ਜੇ ਉਹ ਡਿਜ਼ਰਵ ਨਹੀਂ ਕਰਦਾ ਬਾਹਰ ਕੀਤਾ ਜਾਵੇ। ਇਹ ਹਿੰਮਤ ਹੋਣੀ ਚਾਹੀਦੀ ਹੈ। ਇਹਨਾਂ ਓਲੰਪਿਕ ਖੇਡਾਂ ਦੇ ਵਿੱਚ ਖਿਡਾਰੀਆਂ ਨੇ ਕੱਲ ਬਹੁਤ ਵੱਡੇ ਪੱਧਰ ਤੇ ਜਸ਼ਨ ਮਨਾਏ। ਜਸ਼ਨ ਮਨਾਉਣ ਤੋਂ ਬਾਅਦ ਉਹਨਾਂ ਨੇ ਵਾਅਦਾ ਕੀਤਾ ਕਿ ਦੋਸਤੋ ਆਪਾਂ ਪੈਰਿਸ ਦੇ ਵਿੱਚ ਹੁਣ ਮਿਲਾਂਗੇ। ਇਸ ਕਰਕੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਮਿਲੇ। ਅੱਜ ਬਹੁਤ ਗਿਣਤੀ ਖਿਡਾਰੀ ਹੈ ਜਿਹੜੇ ਉਹ ਵਾਪਸ ਆਪੋ ਆਪਣੇ ਮੁਲਕਾਂ ਨੂੰ ਪਰਤ ਆਉਣਗੇ। ਸੋ ਸਾਡੀ ਜਿਹੜੀ ਸਥਿਤੀ ਆ, ਸਾਨੂੰ 1 ਸੋਨੇ ਦਾ ਤੇ 2 ਸਾਨੂੰ ਮਿਲੇ ਨੇ ਚਾਂਦੀ ਦੇ, 4 ਮਿਲੇ ਨੇ ਕਾਂਸੀ ਦੇ, ਜਿਹਦੇ ਵਿੱਚ ਇੱਕ ਹਾਕੀ ਵੀ ਹੈ। ਯਾਨੀ 130 ਕਰੋੜ ਦੀ ਆਬਾਦੀ ਦੇ ਵਿੱਚੋਂ ਸਿਰਫ ਅਸੀਂ 7 ਤਾਂ ਚਲੋ ਟੋਟਲ ਹੋ ਗਏ, ਸੋਨੇ ਦਾ ਤਾਂ ਸਿਰਫ 1 ਹੀ ਅਸੀਂ ਜਿੱਤ ਚੁੱਕੇ ਹਾਂ। ਜਦੋਂ ਕਿ ਚੀਨ ਨੂੰ ਦੇਖੀਏ ਕਿ ਚੀਨ ਦੀ ਵੀ ਲਗਭਗ ਥੋੜੀ ਜਿਹੀ ਵੱਧ ਆਬਾਦੀ ਆ ਹਿੰਦੁਸਤਾਨ ਦੇ ਨਾਲੋਂ, ਪਰ ਜਿਸ ਤਰੀਕੇ ਦੇ ਨਾਲ ਚੀਨ ਨੇ ਭਾਰਤ ਦੇ ਮੁਕਾਬਲੇ ਢਿੱਲੋਂ ਸਾਹਿਬ ਹਰ ਖੇਤਰ 'ਚ ਤਰੱਕੀ ਕਰੀ ਹੈ। ਚਾਹੇ ਉਹ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਹੋਵੇ, ਚਾਹੇ ਉਹ ਆਰਥਿਕਤਾ ਦੇ ਵਿੱਚ ਸੁਧਾਰ ਹੋਵੇ, ਚਾਹੇ ਉਹ ਖੇਡਾਂ ਹੋਣ, ਹਰ ਇੱਕ ਚੀਜ਼ ਦੇ ਵਿੱਚ ਚੀਨ ਦੇਖੋ ਬਿਲਕੁਲ ਹੇਠੋਂ ਉੱਠ ਕੇ ਅਮਰੀਕਾ ਵਰਗੇ ਦੇਸ਼ ਨੂੰ ਟੱਕਰ ਦਿੱਤੀ ਆ। ਬਹੁਤ ਹੁਣ ਵੀ ਕਈ ਮਾਮਲਿਆਂ ਵਿੱਚ ਅਮਰੀਕਾ ਤੋਂ ਵੀ ਅੱਗੇ ਨਿਕਲ ਗਿਆ ਚੀਨ। ਤੇ ਅਸੀਂ ਭਾਰਤ ਦੇ ਲੋਕ ਜਾਂ ਸਾਡਾ ਦੇਸ਼ ਹਾਲੇ ਵੀ ਬਹੁਤ ਪਿੱਛੇ ਰਹਿ ਗਿਆ। ਤੇ ਇਹਦਾ ਕਾਰਨ ਕੀ ਸਿਰਫ ਅਸੀਂ ਸਰਕਾਰਾਂ ਨੂੰ ਹੀ ਦੋਸ਼ੀ ਮੰਨ ਸਕਦੇ ਹਾਂ? ਨਹੀਂ, ਦੇਖੋ ਨੀਤੀਆਂ ਸਰਕਾਰਾਂ ਨੇ ਬਣਾਉਣੀਆਂ ਨੇ। ਜੇ ਇੱਥੇ 3300 ਕਰੋੜ ਰੁਪਈਆ ਤਾਂ ਮੂਰਤੀਆਂ ਤੇ ਥੱਪਿਆ ਜਾ ਰਿਹਾ ਹੈ, ਕਦੇ ਕਿਸੇ ਨੂੰ ਮੰਦਿਰ ਦੇ ਮਾਮਲੇ 'ਚ ਲੈ ਜਾਂਦੇ ਨੇ, ਕਦੇ ਕਿਸੇ ਨੂੰ ਹੋਰ ਧਰਮ ਦੇ ਵਿੱਚ ਫਸਾ ਦਿੰਦੇ ਨੇ। ਜਿਹੜੇ ਘੱਟ ਗਿਣਤੀਆਂ ਨੇ, ਘੱਟ ਗਿਣਤੀਆਂ ਇਹਨਾਂ 'ਚੋਂ ਜਿੰਨੇ ਤਗਮੇ ਜਿੱਤਣ ਵਾਲਿਆਂ ਦੇ ਵਿੱਚ ਜਿਹੜੀਆਂ ਪਛੜੀਆਂ ਗਿਣਤੀਆਂ ਨੇ, ਪਛੜੇ ਵਰਗ ਨੇ, ਉਹਨਾਂ ਦੇ ਬੱਚਿਆਂ ਨੇ ਸਭ ਤੋਂ ਜ਼ਿਆਦਾ ਉਹ ਕੀਤਾ। ਇਹ ਫਿਰ ਉੱਚ ਵਰਗ ਵਾਲੇ ਲੈ ਕੇ ਕਿਉਂ ਨਾ ਆਏ? ਇਹ ਬਹੁਤ ਮੰਦਭਾਗੀ ਗੱਲ ਹੈ। ਜਦੋਂ ਸਾਡਾ ਸ਼ਰਮ ਨਾਲ ਸਿਰ ਝੁਕਦਾ ਉਸ ਵੇਲੇ ਕਿ ਇੱਕ ਪਾਸੇ ਚੀਨ ਵੀ ਆਬਾਦੀ ਦੇ ਮੁਕਾਬਲੇ ਸਾਡੇ ਬਰਾਬਰ ਜੇ ਹੈ, ਅਸੀਂ 7, ਉਹਨਾਂ ਦੇ 88। ਇਹ ਜਿਹੜਾ ਫਰਕ ਹੈ, ਇਹ ਕਦੇ ਹੁਣ ਪਾਰਲੀਮੈਂਟ ਚੱਲਦਾ ਹੈ, ਪਾਰਲੀਮੈਂਟ ਦੇ ਵਿੱਚ ਮਨ ਕੀ ਬਾਤ ਕਰਨੀ ਹੈ, ਕਹਿੰਦੇ ਨਰਿੰਦਰ ਮੋਦੀ ਸਾਹਿਬ ਨੇ ਅੱਜ ਇਹ ਮਨ ਕੀ ਬਾਤ ਦੇ ਵਿੱਚ ਇਹ ਗੱਲ ਵੀ ਕਰਨਗੇ ਕਿ ਇਹ ਦੇਸ਼ ਪਛੜ ਕਿਉਂ ਰਿਹਾ ਹੈ। ਜਦੋਂ ਇਹ ਦੇਸ਼ ਨੂੰ ਅਸੀਂ ਵੰਡੀਆਂ ਪਾ ਕੇ ਕੰਮ ਤਾਂ ਉਹ ਕਰਨੇ ਸ਼ੁਰੂ ਕਰਤੇ ਕਿ ਇੱਥੇ ਰਾਸ਼ਟਰਵਾਦ ਜੀ, ਅਖੌਤੀ ਰਾਸ਼ਟਰਵਾਦ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈਗਾ, ਧਰਮਾਂ ਦੇ ਵਿੱਚ ਇੱਕ ਦੂਜੇ ਨੂੰ ਲੜਾਇਆ ਜਾ ਰਿਹਾ, ਜਾਤੀਆਂ ਦੇ ਵਿੱਚ ਲੜਾਇਆ ਜਾ ਰਿਹਾ ਹੈਗਾ, ਨੀਵੀਂ ਜਾਤ ਵਾਲੇ ਨੂੰ ਕਿਹਾ ਜਾ ਰਿਹਾ ਕਿ ਤੂੰ ਘੋੜੇ ਤੇ ਨਹੀਂ ਚੜ੍ਹ ਸਕਦਾ, ਤੂੰ ਫਲਾਨਾ ਨਹੀਂ ਕਰ ਸਕਦਾ, ਤੂੰ ਆਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ। ਉਹਨਾਂ ਨੂੰ ਦਬਾਇਆ ਜਾ ਰਿਹਾ। ਜੇ ਬਿਹਤਰ ਤਰੀਕਾ ਤਾਂ ਇਹ ਸੀ ਕਿ ਇਹਨਾਂ ਨੂੰ ਦਬਾਇਆ ਨਾ ਜਾਂਦਾ, ਇਹਨਾਂ ਨੂੰ ਕੁਝ ਨਾ ਕੁਝ ਰਾਓ ਜੀ ਮਤਲਬ ਮਿਲ ਕੇ ਇਹ ਚੀਜ਼ਾਂ ਖਤਮ ਕੀਤੀਆਂ ਜਾਂਦੀਆਂ।
ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਜਾਤ ਪਾਤ ਤੋਂ ਬਹੁਤ ਉੱਚਾ ਉਹ ਕਿਹਾ ਹੈਗਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਉਹ। ਉਹਨਾਂ ਨੇ ਇੱਥੇ ਉਹ ਇਸਤਰੀ ਜਾਤੀ ਨੂੰ ਕਿਵੇਂ ਦਬਾਇਆ ਜਾਂਦਾ ਸੀ ਉਹਦੇ ਬਾਰੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਵੱਡੀਆਂ ਗੱਲਾਂ ਕੀਤੀਆਂ। ਸੋ ਕਿਉ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਸੋ ਰਾਓ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਪਛੜ ਕਿਉਂ ਰਹੇ ਹਾਂ, ਕੀ ਇਹਨਾਂ ਨੇ ਅਪਰਾਧਿਕ ਮਾਮਲਿਆਂ ਦੇ ਵਿੱਚ ਕਰਾਓ ਮੁਕਾਬਲਾ ਸਾਡੇ ਨਾਲ? ਸਾਡੇ ਤਾਂ ਪਾਰਲੀਮੈਂਟ 'ਚ ਬਥੇਰੇ ਬੈਠੇ ਨੇ, ਵਿਧਾਨ ਸਭਾਵਾਂ 'ਚ ਬਥੇਰੇ ਬੈਠੇ ਨੇ, ਰਾਜ ਸਭਾ ਦੇ ਵਿੱਚ ਬੈਠੇ ਨੇ, ਉਹ ਮੁਕਾਬਲਾ ਸਾਡੇ ਨਾਲ ਕਰਾਓ, ਅਸੀਂ ਸਭ ਤੋਂ ਮੂਹਰੇ ਹੋਵਾਂਗੇ। ਭ੍ਰਿਸ਼ਟਾਚਾਰੀ ਦੇ ਵਿੱਚ ਸਾਡਾ ਸਭ ਤੋਂ ਇੱਕ ਨੰਬਰ ਤੇ ਆਊਗਾ। ਇਹ ਓਲੰਪਿਕ ਵਾਲੇ ਪਤਾ ਨਹੀਂ ਕਰਦੇ ਕਿਉਂ ਨਹੀਂ ਹੈਗੇ, ਮੋਦੀ ਸਾਹਿਬ ਉਹਨਾਂ ਨੂੰ ਵੀ ਜਾ ਕੇ ਦੱਸਣ ਕਿ ਆ 5-7 ਚੀਜ਼ਾਂ ਦੀਆਂ ਖੇਡਾਂ ਵੀ ਕਰਾਓ, ਫਿਰ ਦੇਖਿਓ ਜੇ ਕੋਈ ਸਾਡੇ ਮੁਕਾਬਲੇ ਆ ਕੇ ਖੜ ਗਿਆ। ਕੋਈ ਸ਼ਰਮਸਾਰ ਹੋਣਾ ਚਾਹੀਦਾ ਇਸ ਐਡੇ ਵੱਡੇ ਮੁਲਕ ਨੂੰ ਕਿ ਅਸੀਂ ਇੱਕ ਵੀ ਕੋਈ ਚੱਜ ਦਾ ਕੰਮ ਨਹੀਂ ਕਰ ਸਕੇ। ਅਸੀਂ ਪੈਰ ਪੈਰ ਦੇ ਉੱਤੇ ਮਤਲਬ ਰਾਜਨੀਤੀ, ਖੇਡਾਂ ਦੇ ਬਜਟ ਘਟਾਏ ਜਾ ਰਹੇ ਨੇ, ਮੁਕਤਖੋਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਆ ਕਿਸਾਨੀ ਮਾਮਲਿਆਂ ਤੇ ਜਿੱਥੇ 8.5 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋਣ, ਉਸ ਮੁਲਕ ਦਾ ਹੋਊਗਾ ਕੀ? ਇੱਕ ਪਾਸੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਦੂਜੇ ਪਾਸੇ ਇਹ ਕੁਛ ਹੈ। ਖੁਦਕਸ਼ੀਆਂ ਦਾ ਕਰਾ ਲਓ ਮੁਕਾਬਲਾ, ਸਾਡਾ ਪਹਿਲੇ ਨੰਬਰ ਤੇ ਆਏਗਾ। ਅਸੀਂ ਕੋਈ ਨੇੜੇ ਵੀ ਨਹੀਂ ਖੜਨਾ ਹੋਰ ਮੁਲਕ। ਸੋ ਮੈਨੂੰ ਲੱਗਦਾ ਅਗਲੀ ਵਾਰ ਜਿਹੜਾ ਸਾਡਾ ਖੇਡ ਮੰਤਰੀ ਹੈ, ਪੈਰਿਸ ਦੇ ਤੋਂ ਪਹਿਲਾਂ ਓਲੰਪਿਕ ਐਸੋਸੀਏਸ਼ਨ ਨਾਲ ਗੱਲ ਕਰੇ ਤੇ ਉਹਨਾਂ ਨੂੰ ਕਹੇ ਕਿ ਆ 5-7 ਖੇਡਾਂ ਸਾਡੀਆਂ ਰਹਿ ਗਈਆਂ, ਇਹਨਾਂ ਨੂੰ ਵਿੱਚ ਪਾਓ ਤਾਂ ਕਿ ਹਿੰਦੁਸਤਾਨ ਵੀ ਸੋਨ ਤਗਮਿਆਂ ਦੇ ਵਿੱਚ ਤੁਹਾਡੇ ਮੁਕਾਬਲੇ। ਇਹ ਬਹੁਤ ਸ਼ਰਮਸਾਰ, ਹਰ ਬੰਦੇ ਨੂੰ ਇਹਦੀ ਸ਼ਰਮ ਆਉਂਦੀ ਹੈ। ਜਿਹੜੇ ਬੱਚੇ ਡਿਜ਼ਰਵ ਕਰਦੇ ਨੇ, ਜਿਹੜੇ ਬੱਚੇ ਅੱਗੇ ਜਾ ਸਕਦੇ ਨੇ, ਉਹਨਾਂ ਨੂੰ ਇਹ ਭਾਈ ਭਤੀਜਾ ਤੇ ਭ੍ਰਿਸ਼ਟਾਚਾਰ ਨੇ ਪਿੱਛੇ ਕਰਤਾ। ਇਸੇ ਕਰਕੇ ਲਗਾਤਾਰ ਅਸੀਂ ਪਛੜਦੇ ਜਾ ਰਹੇ ਹਾਂ। ਜੇ ਅਸੀਂ ਇਹ ਅਵੇਸਲਾਪਨ ਏਦਾਂ ਹੀ ਰੱਖਿਆ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਪਛੜ ਜਾਣਾਗਾ। ਇਹਨੂੰ ਸੁਧਾਰਨ ਵਾਸਤੇ ਹੇਠਲੇ ਪੱਧਰ ਤੋਂ ਯਤਨਾਂ ਦੀ ਜ਼ਰੂਰਤ ਹੈ, ਜਿੱਥੋਂ ਨਰਸਰੀਆਂ ਪੈਦਾ ਹੁੰਦੀਆਂ ਨੇ। ਬਿਲਕੁਲ, ਪਰ ਇਹ ਹੋ ਨਹੀਂ ਰਿਹਾ। ਤੁਸੀਂ ਆ ਦੇਖੋ, ਆ ਖਬਰ ਲੱਗੀ ਆ, ਇਹ ਚੰਡੀਗੜ੍ਹ ਦੀ ਪਾਰਕਿੰਗ ਦੇ ਵਿੱਚ ਨੈਸ਼ਨਲ ਮੁੱਕੇਬਾਜ਼ ਹੈ ਕੁੜੀ ਰੀਤੂ, ਉਹ ਵਿਚਾਰੀ ਪਰਚੀਆਂ ਕੱਟ ਰਹੀ ਆ। ਪਿਤਾ ਉਹਦਾ ਬਿਮਾਰ ਹੈ ਤੇ ਉਹਨੇ ਆਪਣਾ ਬਾਕਸਿੰਗ ਕਿਉਂਕਿ ਛੱਡਣੀ ਪਈ ਆ ਉਹਨੂੰ ਮਜਬੂਰੀ ਦੇ ਵਿੱਚ, ਤੇ ਕਾਰ ਪਾਰਕਿੰਗ ਦੇ ਵਿੱਚ ਉਹ ਨੈਸ਼ਨਲ ਪੱਧਰ ਦੀ ਮੁੱਕੇਬਾਜ਼ ਲੜਕੀ ਰੀਤੂ ਉਹ ਪਰਚੀਆਂ ਕੱਟਣ ਦਾ ਕੰਮ ਕਰ ਰਹੀ ਹੈ। ਇਸ ਤੋਂ ਫਿਰ ਹੋਰ ਸ਼ਰਮਸ਼ਾਰ ਕਰਨ ਵਾਲੀ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ। ਫਿਰ ਅਸੀਂ ਕਿੱਥੇ ਸੋਚ ਲਈਏ ਕਿ ਸਾਡਾ ਦੇਸ਼ ਹੈ, ਅਸੀਂ ਮੈਡਲ ਜਿੱਤਾਂਗੇ ਓਲੰਪਿਕ ਦੇ ਵਿੱਚ। ਮੈਂ ਕਹਿੰਦਾ ਤੁਸੀਂ ਆ ਮੈਡਲ ਵਾਲੀ ਗੱਲ ਤਾਂ ਛੱਡੋ, ਸਾਨੂੰ ਬੇਬੇ ਮਾਨ ਕੌਰ ਦੇ ਅੰਤਮ ਸੰਸਕਾਰ ਤੇ ਜਾਂ ਉਹਦੇ ਅੰਤਮ ਅਰਦਾਸ ਦੇ ਵਿੱਚ ਨਾ ਜਾਣਾ, ਇਹਦੇ ਤੇ ਤਾਂ ਕੋਈ ਪੈਸਾ ਨਹੀਂ ਸੀ ਲੱਗਦਾ। ਇਹਨਾਂ ਦੀ ਨੀਅਤ, ਇਹਨਾਂ ਦੇ ਸ਼ਰਮਸਾਰ ਕੀਤਾ ਹੋਇਆ ਹੈਗਾ। ਔਰ ਫਿਰ ਅਸੀਂ ਲੋਕ ਇਹਨਾਂ ਨੂੰ ਬਾਰ-ਬਾਰ ਚੁਣੀ ਜਾਂਦੇ ਹਾਂ। ਉਸ ਵੇਲੇ ਸਾਡੇ ਲੋਕ ਨਿੱਕੇ-ਨਿੱਕੇ ਲਾਲਚਾਂ ਦੇ ਵਿੱਚ ਆ ਕੇ ਫਿਰ ਇਹਨਾਂ ਨੂੰ ਲਾਈਨਾਂ ਬੰਨ ਕੇ ਵੋਟਾਂ ਪਾਉਂਦੇ ਨੇ। ਤੇ ਜਦੋਂ ਤੁਸੀਂ ਉਦੋਂ ਲਾਲਚਾਂ ਚ ਆਉਣਾ ਤੇ ਫਿਰ ਇਹਨਾਂ ਤੋਂ ਉਮੀਦ ਕੀ ਕਰਦੇ ਹੋ? ਆਪਦੀ ਪਹਿਲਾਂ ਲਾਲਚਤਾ ਛੱਡੋ ਤਾਂ ਕੋਈ ਚੰਗਾ ਬੰਦਾ ਚੁਣਨ ਦੀ ਆਪਾਂ ਜੁਰਤ ਕਰੀਏ। ਜੇ ਉਹ ਬੰਦਾ ਜਿਹੜਾ ਇਸ ਦੇਸ਼ ਨੂੰ ਅੱਗੇ ਲਿਜਾਣ ਦਾ ਯਤਨ ਕਰੇ। ਇਹਨੇ ਮੁਲਕ ਦੇ ਵਿੱਚੋਂ ਸਾਨੂੰ 2-4 ਹਜ਼ਾਰ ਬੰਦੇ ਹੀ ਨਹੀਂ ਲੱਭਦਾ 1 ਅਰਬ 37 ਕਰੋੜ ਦੇ ਵਿੱਚੋਂ ਵਿੱਚੇ ਵਿਧਾਨ ਸਭਾਵਾਂ ਤੇ ਲੋਕ ਸਭਾ ਲਈ, ਜਿਹੜਾ ਇਮਾਨਦਾਰੀ ਛਵੀ ਵਾਲੇ ਹੋਣ ਔਰ ਇਸ ਮੁਲਕ ਨੂੰ ਅੱਗੇ ਲਿਜਾਉਣ ਦਾ ਯਤਨ ਕਰਨ। ਜੇ ਅਸੀਂ ਉਹ ਨਾ ਲੱਭਿਆ ਤਾਂ ਅੱਜ ਤਾਂ ਸਾਡਾ ਜਿਹੜਾ 7 ਮੈਡਲ ਆਏ ਨੇ, ਅਗਲੀ ਵਾਰੀ ਹੋ ਸਕਦਾ ਇਹ ਵੀ ਨਾ ਹੋਣ। ਸੋ ਸਾਨੂੰ ਜਿੱਥੇ ਜਿੱਥੇ ਸੁਧਾਰ ਕਰਨ ਦੀ ਜ਼ਰੂਰਤ ਹੈ ਉਹਨਾਂ ਮਾਮਲਿਆਂ ਦੇ ਵਿੱਚ ਅੱਗੇ ਆਉਣਾ ਚਾਹੀਦਾ, ਉਹਨਾਂ ਮਾਮਲਿਆਂ ਨੂੰ ਸੁਧਾਰਨਾ ਚਾਹੀਦਾ। ਜਿਹੜਾ ਬੰਦਾ ਕਿਸੇ ਦਾ ਹੱਕ ਮਾਰ ਕੇ ਦੂਜੇ ਨੂੰ ਅੱਗੇ ਪਹੁੰਚਾਉਂਦਾ ਹੈ, ਉਹਨੂੰ ਗੁਲਾਮਾਂ ਫੜ ਕੇ ਪਰ ਫੜਨ ਵਾਲੀ ਨੀਅਤ ਵੀ ਹੋਣੀ ਚਾਹੀਦੀ ਆ। ਤੇ ਸਾਡੇ ਇਸ ਵੇਲੇ ਕਾਲਰ ਸਾਡੇ ਨਾਲ ਜੁੜੇ ਨੇ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਪਿਆਰਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਢਿੱਲੋਂ ਸਾਹਿਬ ਇੰਨੀਆਂ ਨਸੀਹਤਾਂ ਨਾ ਦਿਓ, ਸਾਡੇ ਸ਼ਾਸਕ ਬੜੇ ਸਿਆਣੇ ਆ। ਦੇਖੋ ਤੁਸੀਂ ਮਿਹਨਤ ਕਰਦੇ ਆ, ਸਾਰਾ ਕੁਛ ਇਹ ਬਾਹਰ ਲੈ ਗਿਆ, ਕਿੱਦਾਂ ਇੰਡੀਆ ਨੂੰ ਖਾਲੀ ਕਰਕੇ ਇੰਡੀਆ ਦਾ ਬਿਲਕੁਲ ਬੋਝ ਖਤਮ ਕਰ ਰਹੇ, ਪਾਲਿਸੀ ਬਣਾ ਰਹੇ ਆ। ਠੀਕ ਹੈ, ਸਰਕਾਰ ਦਾ ਕੰਮ ਪਾਲਿਸੀ ਬਣਾਉਣਾ, ਪਰ ਇਹ ਤੋਂ ਵਧੀਆ ਕਿਹੜੀ ਪਾਲਿਸੀ ਸਕਦੀ ਹੈ ਕਿ ਮਤਲਬ ਦੀਵੇ ਜਲਾ ਦਿਓ, ਟੋਰਚਾਂ ਜਗਾ ਦਿਓ, ਭਾਂਡੇ ਖੜਕਾ ਦਿਓ, ਦੇਸ਼ ਮਰ ਰਿਹਾ, ਇਹ ਰੈਲੀਆਂ ਕਰ ਰਹੇ ਆ। ਤੇ ਇਸ ਤੋਂ ਵਧੀਆ ਕੰਮ ਇਹਨਾਂ ਤੋਂ ਹੋਰ ਤੁਸੀਂ ਕੀ ਆਸ ਰੱਖ ਸਕਦੇ ਹੋ? ਇਹੋ ਜਿਹੀਆਂ ਪਾਲਿਸੀਆਂ ਦੇਸ਼ ਨੇ ਟੋੜੇ ਕਰਤਾ, ਬਾਹਰ ਦੇ ਮੁਲਕਾਂ ਦੇਖੋ ਥੂ ਹੋ ਰਹੀ ਆ। ਇਸ ਤੋਂ ਵਧੀਆ ਕੋਈ ਪਾਲਿਸੀ ਬਣਾ ਨਹੀਂ ਸਕਦਾ। ਇਹਨਾਂ ਜ਼ਿਆਦਾ ਨਸੀਹਤ ਨਾ ਦਿਓ। ਧੰਨਵਾਦ ਜੀ। ਜੀ ਸ਼ੁਕਰੀਆ ਜੀ ਸਰਦਾਰ ਪਿਆਰਾ ਸਿੰਘ ਜੀ। ਢਿੱਲੋਂ ਸਾਹਿਬ, ਪਿਆਰਾ ਸਿੰਘ ਜੀ ਨੇ ਕਾਫੀ ਇਹ ਰੈਗੂਲਰ ਕਾਲਰ ਨੇ ਆਪਣੇ, ਬੜੀਆਂ ਵੱਡੀਆਂ ਗੱਲਾਂ ਕੀਤੀਆਂ ਨੇਗੀਆਂ।
ਕਿ ਭਾਂਡੇ ਖੜਕਾ ਦਿਓ। ਉਹ ਟਰੰਪ ਵੀ ਰੁੱਸ ਗਿਆ ਮੋਦੀ ਸਾਹਿਬ ਦੇ ਨਾਲ ਵੀ ਸਾਨੂੰ ਵੈਕਸੀਨ ਬਣਾਉਣ ਦੀ ਕੀ ਲੋੜ ਸੀ ਜੇ ਭਾਂਡੇ ਤੇ ਥਾਲੀਆਂ ਖੜਕਾ ਕੇ ਦੀਵੇ ਜਗਾ ਕੇ ਤੁਹਾਡੇ ਕਰੋਨਾ ਭਜਾ ਲਿਆ ਤੁਸੀਂ। ਸੋ ਜਦੋਂ ਅਸੀਂ ਇੱਕ ਪਾਸੇ ਉਹ ਮੁਲਕ ਨੇ ਜਿਹੜੇ ਮੰਗਲ ਗ੍ਰਹਿ ਤੱਕ ਪਹੁੰਚ ਗਏ ਨੇ, ਉਹਨਾਂ ਦੀ ਪਹੁੰਚ ਹੈ ਕਿ ਉੱਥੋਂ ਤੱਕ ਦਾ ਉਹ ਦਿੱਤਾ ਜਾਵੇ। ਸਾਡੇ ਕਈ ਉਪਗ੍ਰਹਿ ਉੱਥੇ ਗਏ ਨੇ। ਉਹ ਦੂਜੇ ਪਾਸੇ ਅਸੀਂ ਲੋਕ ਜਿਹੜੇ ਹੈਗੇ ਆ ਪਛਾਂ ਖਿੱਚੂ ਕੰਮ ਵੱਲ ਨੂੰ ਜਾ ਰਹੇ ਹਾਂ। ਇੱਕ ਪਾਸੇ ਬੁਲਟ ਟ੍ਰੇਨ ਦੀਆਂ ਗੱਲਾਂ ਕਰਦੇ ਸੀ, ਜਿਹੜੀਆਂ ਮੌਜੂਦਾ ਟ੍ਰੇਨਾਂ ਨੇ ਉਹਨਾਂ ਦਾ ਹਾਲ ਅਸੀਂ ਕੀ ਕਰ ਰੱਖਿਆ, ਉਹ ਪ੍ਰਾਈਵੇਟੇਸ਼ਨ ਵਾਲੇ ਪਾਸੇ ਤੁਰ ਪਿਆ। ਜੇ ਅਸੀਂ ਜਨਤਕ ਖੇਤਰ ਦੇ ਵਿੱਚ ਵਿਕਾਸ ਨਹੀਂ ਕਰਨਾ, ਸਾਰਾ ਕੁਝ ਹੀ ਨਿੱਜੀ ਖੇਤਰ ਨੂੰ ਦੇਣਾ, ਤਾਂ ਰਾਓ ਫਿਰ ਸਰਕਾਰ ਵੀ ਨਿੱਜੀ ਖੇਤਰ ਵਾਲਿਆਂ ਨੂੰ ਫੜਾ ਦਿਓ, ਬੈਠੋ ਘਰੇ ਜਾ ਕੇ ਤੁਸੀਂ। ਸੋ ਇਹ ਗੱਲ ਨੇ ਸਾਨੂੰ ਬਹੁਤ ਸ਼ਰਮਸਾਰ ਕੀਤਾ ਹੈ। ਅੱਜ ਮੈਂ ਸਮਝਦਾ ਕਿ ਵਿਰੋਧੀ ਧਿਰਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਇਹ ਮਾਮਲਾ ਉਠਾਉਣਾ ਚਾਹੀਦਾ। ਘੱਟੋ ਘੱਟ ਇਹਨਾਂ ਨੂੰ ਪੁੱਛਿਆ ਤਾਂ ਜਾਵੇ ਕਿ ਤੁਹਾਡੀ ਨੀਤੀ ਕੀ ਹੈ। ਖੇਡ ਬਜਟ ਲਗਾਤਾਰ ਘਟਾਏ ਜਾ ਰਹੇ ਨੇ, ਮੁਕਤਖੋਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਦੋਂ ਤੁਸੀਂ ਬਣਦਾ ਰੁਤਬਾ ਕਿਸੇ ਚੀਜ਼ ਨੂੰ ਨਹੀਂ ਦਿਓਗੇ, ਇੱਕ ਬੱਚਾ ਬਹੁਤ ਮਿਹਨਤ ਕਰਦਾ ਤੇ ਉਹ ਸਿਲੈਕਸ਼ਨ ਕਮੇਟੀ ਦੀ ਆੜ ਚੜ ਜਾਵੇ, ਉਹਦੀ 13 14 15 ਸਾਲ ਦੀ ਮਿਹਨਤ ਖੂਚ ਪੈ ਜਾਂਦੀ ਹੈ। ਤੇ ਫਿਰ ਉਹਨਾਂ ਦੇ ਜਿਹੜੀ ਸਿਲੈਕਸ਼ਨ ਕਮੇਟੀਆਂ ਗਲਤ ਫੈਸਲੇ ਕਰਦੀਆਂ ਨੇ, ਉਹ ਕੌਣ ਨੇ? ਉਹ ਕਿਸੇ ਰਾਜਸੀ ਆਗੂ ਦਾ ਤਾਇਆ, ਚਾਚਾ, ਮਾਮਾ, ਭਾਣਜਾ, ਕਿਸੇ ਹੋ ਸਕਦਾ। ਬਹੁਤ ਗਿਣਤੀ ਜਿਹੜੀਆਂ ਫੈਡਰੇਸ਼ਨਾਂ ਨੇ ਉਹਦੇ ਵਿੱਚ ਤਾਂ ਹੈ ਹੀ ਰਾਜਸੀ ਆਗੂ ਜਾਂ ਸਨਅਤਕਾਰ ਨੇ। ਸੋ ਇਸ ਕਰਕੇ ਇਹ ਜਿਹੜਾ ਭ੍ਰਿਸ਼ਟਾਚਾਰ ਘੁਣ ਵਾਂਗੂ ਸਾਡੇ ਦੇਸ਼ ਨੂੰ ਲੱਗਿਆ ਔਰ ਲਗਾਤਾਰ ਇਸ ਨੂੰ ਖਾਧਾ ਜਾ ਰਿਹਾ ਹੈਗਾ, ਇਹਦੇ ਤੇ ਕਾਬੂ ਪਾਉਣ ਦੀ ਜ਼ਰੂਰਤ ਹੈ ਤਾਂ ਕਿ ਸੱਚਾ ਸੁੱਚਾ ਬੰਦਾ, ਮੈਂ ਕਹਿੰਦਾ ਜਿਹੜਾ ਬੰਦਾ ਡਿਜ਼ਰਵ ਕਰਦਾ ਹੋਵੇ, ਉਹਨੂੰ ਸਿਫਾਰਿਸ਼ ਦੀ ਜ਼ਰੂਰਤ ਹੀ ਨਾ ਪਵੇ ਜੀ। ਉਹ ਬੰਦਾ ਆਪਣੇ ਦਮ ਤੇ ਆਪਣੇ ਹਿੱਕ ਦੇ ਜ਼ੋਰ ਨਾਲ ਅੱਗੇ ਜਾਵੇ। ਜੀ ਜੀ ਜੀ। ਤੇ ਆਪਾਂ ਗੱਲ ਥੋੜਾ ਜਿਹਾ ਹੁਣ ਪੰਜਾਬ ਦੀ ਰਾਜਨੀਤੀ ਦੀ ਵੀ ਕਰ ਲੈਂਦੇ ਹਾਂ ਢਿੱਲੋਂ ਸਾਹਿਬ। ਤੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਦੌਰੇ ਤੇ ਨੇ, ਕੀ ਮੰਨਿਆ ਜਾ ਰਿਹਾ ਇਸ ਦੌਰੇ ਤੋਂ? ਕੈਪਟਨ ਸਾਹਿਬ ਨੇ ਇੱਕ ਤਾਂ ਰਾਜਨਾਥ ਸਿੰਘ ਨੂੰ ਮਿਲਣਾ ਜੀ, ਇੱਕ ਉਹਨਾਂ ਨੇ ਗਡਕਰੀ ਸਾਹਿਬ ਨੂੰ ਮਿਲਣਾ। ਹੁਣ ਸਮਾਂ ਤਾਂ ਆਖਰੀ ਪਲ ਦਾ ਆ ਗਿਆ ਜੀ। ਜਿਨ੍ਹਾਂ ਪਲਾਂ ਦੇ ਵਿੱਚ ਜਾ ਕੇ ਉੱਥੇ ਇਹਨਾਂ ਮੰਤਰੀਆਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਸੀ ਜੀ, ਉਹ ਤਾਂ ਸਮਾਂ ਗਵਾਲਿਆ ਸੀ। ਹੁਣ ਜੇ ਅੱਜ ਪ੍ਰੋਜੈਕਟ ਲੈਣ ਵਾਸਤੇ ਜਾਵਾਂਗੇ, 5-6 ਮਹੀਨੇ ਲੰਘ ਜਾਣੇ ਨੇ ਪ੍ਰੋਜੈਕਟ ਨੂੰ ਪਾਸ ਹੁੰਦਿਆਂ ਜੀ। ਪਰ ਉਹ ਗਏ ਨੇ। ਉਹਨਾਂ ਨੇ 2-3 ਚੀਜ਼ਾਂ, ਇੱਕ ਤਾਂ ਉਹ ਕਹਿੰਦੇ ਵੀ ਸੈਨਿਕ ਸਕੂਲ ਬਠਿੰਡੇ ਲਈ ਦਿੱਤਾ ਜਾਵੇ, ਹੋਰ ਇਸ ਤਰ੍ਹਾਂ ਦੇ ਕੁਝ ਸੜਕਾਂ ਦੇ ਮਾਮਲੇ ਵੀ ਹੈਗੇ ਨੇ, ਉਹਨਾਂ ਵਾਸਤੇ ਵੀ ਜਾਣਗੇ। ਇੱਕ ਜਿਹੜਾ ਸਾਡਾ ਉਹ ਜੰਮੂ ਕੱਢਾ ਸੜਕ ਵਾਲਾ ਕਿਸਾਨਾਂ ਦਾ ਜਿਹੜਾ ਵਿਰੋਧ ਚੱਲ ਰਿਹਾ ਹੈ, ਉਸ ਇਸ਼ੂ ਦੇ ਉੱਤੇ ਵੀ ਉਹ ਗਡਕਰੀ ਸਾਹਿਬ ਨਾਲ ਗੱਲ ਕਰਨਗੇ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਹੈਗਾ ਕਿ ਮੈਂ ਤੁਹਾਨੂੰ ਬਣਦਾ ਮੁਆਵਜ਼ਾ ਦਿਵਾਵਾਂਗਾ। ਇਹ ਦਿੱਤਾ ਜਾਂਦਾ ਹੈ, ਨਹੀਂ ਦਿੱਤਾ ਜਾਂਦਾ, ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਗੱਲ ਵੀ ਉਹਨਾਂ ਨੇ ਕਰਨੀ ਹੈ। ਇਸ ਤੋਂ ਅਹਿਮ ਗੱਲ, ਉਹਨਾਂ ਨੇ ਬੀਬੀ ਸੋਨੀਆ ਗਾਂਧੀ ਤੋਂ ਵੀ ਟਾਈਮ ਮੰਗਿਆ ਕਿ ਮੈਨੂੰ ਟਾਈਮ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਕੁਝ ਮੰਤਰੀਆਂ ਤੇ ਬਹੁਤ ਵੱਡੇ ਸਵਾਲ ਉੱਠਦੇ ਆ। ਉਹਨਾਂ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਦੇ ਆ। ਉਹਨਾਂ ਮੰਤਰੀਆਂ ਵੱਲੋਂ ਕੀਤੇ ਗਏ ਕਥਿਤ ਭ੍ਰਿਸ਼ਟਾਚਾਰ ਦਾ ਸਵਾਲ ਉੱਠਦਾ ਹੈ। ਬਹੁਤ ਸਾਰੀਆਂ ਬੇਨਿਯਮੀਆਂ ਬਾਰੇ ਸਵਾਲ ਉੱਠਦੇ ਨੇ। ਉਹਨਾਂ ਨੂੰ ਬਾਹਰ ਕਰਨਾ, ਕੁਝ ਨੂੰ ਨਵੇਂ ਬਣਾਉਣਾ ਹੈ, ਕਿਉਂਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣ ਚੁੱਕੇ ਨੇ। ਜਦੋਂ ਸੱਤਾ ਦੇ ਕੇਂਦਰ 2 ਬਣ ਜਾਣ ਤਾਂ ਥੋੜਾ ਬਹੁਤਾ ਜਿਹੜਾ ਹੈਗਾ ਅਸੰਤੁਲਨ ਆ ਜਾਂਦਾ। ਜੇ ਸੰਤੁਲਨ ਬਣਾ ਕੇ ਚੱਲਣਗੇ ਤਾਂ 2022 ਦੇ ਵਿੱਚ ਕੁਝ ਖੱਟ ਸਕਦੇ ਆ, ਨਹੀਂ ਤਾਂ ਤੁਹਾਡੇ ਸਾਹਮਣੇ ਹੈ। ਉਹਨਾਂ ਨੇ ਹੋਰ ਵੀ ਕਈਆਂ ਨਾਲ ਗੱਲਬਾਤ ਕਰਨੀ ਹੈ। ਰਾਓ ਚੰਗਾ ਹੁੰਦਾ ਜਿਵੇਂ ਕੈਪਟਨ ਸਾਹਿਬ ਨੇ ਹੁਣ ਸਰਗਰਮੀ ਦਿਖਾਈ ਹੈ, ਜੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਿਸਾਨੀ ਅੰਦੋਲਨ ਵੇਲੇ ਵੀ ਨਾਲ ਦਿਖਾਈਆਂ ਹੁੰਦੀਆਂ। ਆ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਖੱਟੜ ਤੇ ਯੂਪੀ ਦਾ ਯੋਗੀ ਸਾਹਿਬ, ਚਲੋ ਇਹ 2 ਤਾਂ ਹੋ ਗਏ ਭਾਰਤੀ ਜਨਤਾ ਪਾਰਟੀ ਦੇ। ਰਾਜਸਥਾਨ ਦੇ ਮੁੱਖ ਮੰਤਰੀ ਤਾਂ ਕਾਂਗਰਸ ਦੇ ਨੇ ਨਾ, ਇੱਕ ਵੱਡਾ ਰਾਜ ਹੈ। ਉਹਨਾਂ ਨੂੰ ਨਾਲ ਲੈ ਕੇ ਜੇ ਕੈਪਟਨ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਦੇ ਵੀ ਪ੍ਰਧਾਨ ਮੰਤਰੀ ਸਾਹਿਬ, ਇਹ ਜਿਹੜਾ ਕਿਸਾਨ ਹੈ ਉੱਥੇ ਬੈਠਾ, ਇਹ ਕਿਸਾਨ ਤੁਹਾਡਾ ਹੈ, ਇਹਨਾਂ ਦੀਆਂ ਗੱਲਾਂ ਸਮਝਾਈਆਂ ਜਾਂਦੀਆਂ ਤਾਂ ਸ਼ਾਇਦ ਇਹਨਾਂ ਕਾਨੂੰਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਜਾਂਦਾ, ਜਿਹੜਾ ਨਿਕਲ ਨਹੀਂ ਸਕਿਆ। ਸੋ ਕੈਪਟਨ ਸਾਹਿਬ ਦਾ ਜਿਹੜਾ ਇਹ ਦੌਰਾ ਹੈਗਾ, ਇਹਦੇ ਵਿੱਚੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੁਝ ਨਾ ਕੁਝ ਚੰਗਾ ਲੈ ਕੇ ਆਉਣ।
ਕੋਈ ਗੱਲਬਾਤ ਮਨਵਾ ਕੇ ਆਉਣ। ਰਾਜਾਂ ਦੇ ਤੇ ਕੇਂਦਰ ਦੇ ਸੰਬੰਧ ਜਿੰਨੇ ਸੁਖਾਵੇਂ ਹੋਣਗੇ ਉਨਾ ਹੀ ਆਪਸੀ ਤਾਲਮੇਲ ਵੱਧ ਬੈਠਦਾ, ਜਿਹਦੇ ਨਾਲ ਕਾਫੀ ਕੁਝ, ਜੇ ਇਹ ਸੰਤੁਲਨ ਠੀਕ ਨਾ ਹੋਵੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਖਿੱਚ ਧੂ ਦੇ ਵਿੱਚ ਜਿਹੜਾ ਹੈਗਾ ਕੋਈ ਵਿਕਾਸ ਵਾਲੇ ਪਾਸੇ ਅਸੀਂ ਨਹੀਂ ਜਾ ਸਕਦੇ। ਹੁਣ ਕੈਪਟਨ ਸਾਹਿਬ ਕਿਹੜੀ ਗੱਲ ਦੇ ਉੱਤੇ ਮਨਵਾ ਕੇ ਲਿਆਉਂਦੇ ਨੇ, ਇਹ ਤਾਂ ਕੱਲ ਪਰਸੋਂ ਤੱਕ ਪਤਾ ਲੱਗ ਜਾਏਗਾ। ਉਹਨਾਂ ਦੀ ਕਿਹੜੇ ਮੰਤਰੀ ਨਾਲ ਬੈਠਕ ਹੁੰਦੀ ਹੈ। ਇੰਨਾ ਜ਼ਰੂਰ ਪਤਾ ਹੈ ਕਿ ਉਹਨਾਂ ਨੇ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ, ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਤੇ ਸੜਕਾਂ ਬਾਰੇ ਮੰਤਰੀ ਨਿਤਨ ਗਡਕਰੀ, ਹੁਣ ਰਾਸ਼ਟਰੀ ਜਿਹੜੇ ਨੇ NHAI ਨਾਲ ਸੰਬੰਧਿਤ ਕਈ ਕੰਮ ਹੈਗੇ ਨੇ, ਉਹਦੇ ਬਾਰੇ ਉਹ ਮਿਲਣਗੇ। ਕੀ ਕੋਈ ਨਵੀਂ ਸੜਕ ਆਉਂਦੀ ਹੈ ਜਾਂ ਜਿਹੜੀ ਸੜਕ ਕਿਸਾਨ ਆਪਦੇ ਤੌਰ ਦੇ ਉੱਤੇ ਮੰਗਾਂ ਲਈ ਬੈਠੇ ਨੇ, ਉਹਨਾਂ ਦਾ ਕੀ ਹੱਲ ਨਿਕਲਦਾ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਤੇ ਇਸ ਵੇਲੇ ਦਰਸ਼ਕੋ ਸਮਾਂ ਹੋਇਆ ਉਹ ਬ੍ਰੇਕ ਦਾ ਹੋਇਆ, ਤੇ ਬ੍ਰੇਕ ਤੋਂ ਬਾਅਦ ਅਹਿਮ ਗੱਲ ਕਰਾਂਗੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਕਿ ਬੀਤੇ ਦਿਨ ਪਟਵਾਰੀਆਂ ਦੇ ਲਈ ਪੇਪਰ ਹੋਏ ਸੀ। ਕੁੱਲ ਅਸਾਮੀਆਂ 1152 ਸੀ, ਪਰ ਪੰਜਾਬ ਦਾ 2.25 ਲੱਖ ਨੌਜਵਾਨ ਇਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਯਾਨੀ ਕਿ ਉਮੀਦਵਾਰੀ ਦੇ ਤੌਰ ਤੇ ਪੇਪਰ ਦੇਣ ਲਈ ਪਹੁੰਚਿਆ ਸੀ। ਇਸ ਬਾਰੇ ਵੀ ਗੱਲਬਾਤ ਕਰਾਂਗੇ, ਲੇਕਿਨ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਜਿੱਦਾਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ ਬੀਤੇ ਦਿਨ ਐਤਵਾਰ ਨੂੰ ਪਟਵਾਰੀਆਂ ਦੀ ਭਰਤੀ ਦੇ ਲਈ ਪ੍ਰੀਖਿਆ ਲਈ ਗਈ ਸੀ। ਕੁੱਲ ਅਸਾਮੀਆਂ 1152 ਨੇ, ਤੇ ਇਹਨਾਂ ਅਸਾਮੀਆਂ ਦੇ ਲਈ ਜਿਹੜੇ ਉਮੀਦਵਾਰ ਅਪੀਅਰ ਹੋਏ ਨੇ ਪੇਪਰ ਦੇਣ ਦੇ ਲਈ, ਉਹ 2 ਲੱਖ ਦੇ ਕਰੀਬ ਨੇ। ਕਰੀਬ 2 ਲੱਖ ਨੌਜਵਾਨ ਜਿਹੜਾ ਸਿਰਫ 1150 ਪੋਸਟਾਂ ਦੇ ਲਈ ਪ੍ਰੀਖਿਆ ਕੇਂਦਰਾਂ ਦੇ ਵਿੱਚ ਆਇਆ। ਢਿੱਲੋਂ ਸਾਹਿਬ, ਬਹੁਤ ਵੱਡਾ ਅੰਕੜਾ ਇਹ ਬੇਰੁਜ਼ਗਾਰੀ ਦਾ, ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਵੀ ਜਿਹੜੇ ਨੌਜਵਾਨ ਨੇ ਉਹ ਵੀ ਇਸ ਪੋਸਟ ਦੇ ਲਈ ਆਏ ਨੇ, ਕਈ ਤਾਂ PhDਆਂ ਵਾਲੇ ਵੀ ਸੀ। ਦੇਖੋ ਰਾਓ ਵਰਿੰਦਰ ਜੀ, ਬਹੁਤ ਮੰਦਭਾਗਾ ਹੈ ਜਿਹੜੇ ਰਾਜ ਕਰ ਰਹੇ ਨੇ, ਉਹਨਾਂ ਦੇ ਵਾਸਤੇ ਕੋਈ ਸ਼ਰਮ ਨਾਂ ਦੀ ਚੀਜ਼ ਨਹੀਂ ਹੈ, ਕਿਤੇ ਨਹੀਂ ਹੈ ਜੀ। ਘਰ ਨੌਕਰੀ, ਆਪ 1152 ਲਈ 2 ਲੱਖ ਬੱਚਾ ਅੱਗੇ ਆਏਗਾ। ਜੇ ਪਿਛਲੇ 10-15 ਸਾਲ ਦਾ ਵਿਦੇਸ਼ ਜਾਣ ਦਾ ਰਿਕਾਰਡ ਦੇਖ ਲਈਏ, ਉਹ ਨਾ ਗਏ ਹੁੰਦੇ ਤਾਂ ਇਹ 5 ਲੱਖ ਹੁੰਦਾ। ਬਿਲਕੁਲ। ਸੋ ਜੋ ਮਿਸਮੈਨੇਜਮੈਂਟਾਂ ਉੱਥੇ ਹੋਈਆਂ, ਪਹਿਲਾਂ ਤਾਂ ਕਕਾਰਾਂ ਦੇ ਸੰਬੰਧ ਦੇ ਵਿੱਚ 1-2 ਸੈਂਟਰਾਂ ਦੇ ਉੱਤੇ ਜਿਹੜੀ ਵੀ ਉਹਨਾਂ ਨੇ ਇਹ ਖੜਦੂਮ ਮਚਾਇਆ ਹੈ, ਔਰ ਸਰਕਾਰ ਦਾ ਅਕਸ ਖਰਾਬ ਕਰਨ ਦਾ ਯਤਨ ਕੀਤਾ, ਉਹਨੂੰ ਹੁਕਮ ਕਿਹਨੇ ਦਿੱਤਾ ਸੀ, ਉੱਤੇ ਕਾਰਵਾਈ ਕੀ ਕੀਤੀ ਹੈ, ਅਜੇ ਤੱਕ ਇਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਬਹੁਤ ਸਾਰੇ ਸ਼ਖਸੀਅਤਾਂ ਨੇ, ਧਾਰਮਿਕ ਸ਼ਖਸੀਅਤਾਂ ਨੇ ਇਹਦੀ ਨਿੰਦਿਆ ਕੀਤੀ ਹੈ। ਦੂਜਾ, ਵੱਡੀ ਗਿਣਤੀ ਵਿੱਚ ਅੱਜ ਤੱਕ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਲੜਕੀਆਂ ਕੋਈ ਪਟਵਾਰੀ ਨਜ਼ਰ ਨਹੀਂ ਆਈਆਂ। ਨਹੀਂ ਹੈ, ਬਿਲਕੁਲ ਪਹਿਲੀ ਵਾਰ ਹੈ ਕਿ ਇਹਨਾਂ ਪ੍ਰੀਖਿਆ ਦੇ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ ਵੀ ਆਈਆਂ। ਫਿਰ ਉਹੀ ਗੱਲ ਹੈ ਨਾ ਢਿੱਲੋਂ ਸਾਹਿਬ, ਜਦੋਂ ਕੋਈ ਹੋਰ ਬਾਕੀ ਰਸਤੇ ਕੁੜੀਆਂ ਲਈ ਵੀ ਨਹੀਂ ਬਚ ਰਹੇ ਤੇ ਫਿਰ ਉਹ ਕਰਨ ਕੀ। ਇੱਕ ਸਾਡੇ ਨਾਲ ਕਾਲਰ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਬੇਰੁਜ਼ਗਾਰੀ ਦਾ ਦੈਂਤ ਤਾਂ ਐਡਾ ਵੱਡਾ ਹੋ ਗਿਆ, ਮਤਲਬ ਜਿਹਨੇ ਕਿ ਪੰਜਾਬ ਦਾ ਸਾਰਾ ਇੰਡੀਆ ਹੀ ਖਾ ਲਿਆ। ਬੱਚੇ ਡਿਪਰੈਸ਼ਨ ਚ ਨੇ ਡਿਗਰੀਆਂ ਲੈ ਕੇ। ਬਿਲਕੁਲ। ਹੁਣ ਤੁਸੀਂ ਦੇਖੋ, ਇਹ ਪੇਪਰ ਚੰਡੀਗੜ੍ਹ ਰੱਖ ਰਹੇ ਨੇ, ਸਾਰਾ ਪੰਜਾਬ ਚੰਡੀਗੜ੍ਹ ਨੂੰ ਆ ਰਿਹਾ। ਉਹ ਕਿਉਂ ਆ ਰਿਹਾ? ਇਹ ਬਿਜ਼ਨਸ ਕਰ ਰਹੇ ਨੇ, ਕਿਉਂਕਿ ਘਰਾਣੇ ਦੀਆਂ, ਵੱਡੇ ਘਰਾਣੇ ਦੀਆਂ ਬੱਸਾਂ ਨੇ, ਇਹਨਾਂ ਨੂੰ ਪਤਾ ਵੀ ਇੱਕ ਦਿਨ ਪਹਿਲਾਂ ਵੀ ਆਉਣਗੇ, ਇੱਕ ਦਿਨ ਬਾਅਦ ਚ ਵੀ ਆਉਣਗੇ, ਉਹਨਾਂ ਨੂੰ ਬੈਨੀਫਿਟ ਮਿਲੂਗਾ। ਠੀਕ ਹੈ ਨਾ। ਜਿਹੜੇ ਉਹਨਾਂ ਦੇ ਪ੍ਰੀਖਿਆ ਕੇਂਦਰ ਹੈ, ਉਹਨਾਂ ਦੇ ਜ਼ਿਲ੍ਹਿਆਂ ਵਿੱਚ ਕਿਉਂ ਨਹੀਂ ਬਣਾਏ ਗਏ? ਤੇ ਨੰਬਰ 2, ਇਹ 2 ਸਾਲ ਵਾਸਤੇ ਇਹਨਾਂ ਨੂੰ 5-5000 ਰੁਪਏ ਸੈਲਰੀ ਮਿਲਣੀ ਹੈ, ਉਹਦੇ ਬਾਅਦ ਫਿਰ 20000 ਰੁਪਇਆ। ਮਤਲਬ ਇੱਕ ਪੜ੍ਹੇ ਲਿਖੇ ਬੱਚੇ ਨਾਲ ਅਨਪੜ੍ਹ ਮੰਤਰੀ ਸ਼ੋਸ਼ਣ ਕਰ ਰਹੇ ਨੇ। ਮਤਲਬ ਉਸ ਬੱਚੇ ਦੀ ਜਿਹੜੀ ਇੱਕ ਵਿੱਦਿਆ ਦਾ ਲੈਵਲ ਹੈ ਉਹਨੂੰ ਇੱਕ ਚੂਰ ਕੀਤਾ ਜਾ ਰਿਹਾ ਅਨਪੜ੍ਹ ਲਾਣੇ ਵੱਲੋਂ। ਇਹਦਾ ਸਾਡੇ ਲੋਕਾਂ ਨੂੰ ਸੋਚਣਾ ਪਊਗਾ ਵੀ ਅੱਗੇ ਇਹਨੂੰ ਅਸੀਂ ਕਿ ਚੰਗੀ ਸਰਕਾਰ ਚੁਣੀਏ, ਇਹਨਾਂ ਚੋਰਾਂ ਤੋਂ ਖਹਿੜਾ ਛਡਾਈਏ। ਤਾਂ ਮੈਂ ਤਾਂ ਚੋਰ ਹੀ ਕਹੂੰਗਾ ਜੀ, ਚੋਰ ਹੀ ਨੇ ਜੀ। ਇਹ ਲੁੱਟ ਤਾਂ ਲਿਆ ਜੀ ਇਹਨਾਂ ਨੇ ਪੰਜਾਬ ਨੂੰ। 3 ਲੱਖ ਕਰੋੜ ਦਾ ਕਰਜ਼ਾ ਚੜਾਤਾ ਜੀ, ਹੈ ਜੀ। ਕੋਈ ਬੱਚਿਆਂ ਵਾਸਤੇ, ਕੋਈ ਹੈਲਥ ਵਾਸਤੇ। ਸਾਡੇ ਮੈਂ ਕਿ ਲੋਕਾਂ ਨੂੰ ਹੋਰ ਵੀ ਬੇਨਤੀ ਕਰਦਾ
ਵੀ ਪੁਜਾਰੀ ਨੂੰ ਪੂਜਣਾ ਬੰਦ ਕਰ ਦਿਓ, ਧਾਰਮਿਕ ਸਥਾਨਾਂ ਤੇ ਚੜਾਵਾ ਚੜਾਉਣਾ ਬਾਬਿਆਂ ਦੇ ਬੰਦ ਕਰ ਦਿਓ, ਬਿਲਕੁਲ। ਉਹੀ ਆਪਣੇ ਸਕੂਲ ਸੁਧਾਰਨੇ ਸ਼ੁਰੂ ਕਰ ਦਿਓ, ਹੈਲਥ ਸੈਂਟਰ ਸੁਧਾਰਨੇ ਸ਼ੁਰੂ ਕਰ ਦਿਓ, ਕ੍ਰਾਂਤੀ ਆ ਜਾਊਗੀ। ਥੈਂਕ ਯੂ। ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਨਾਲ ਦੀ ਨਾਲ ਇੱਕ ਹੋਰ ਕਾਲਰ ਨੇ ਸਾਡੇ ਨਾਲ। ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ। ਜੀ ਸਵਾਗਤ ਹੈ ਜੀ, ਬਹੁਤ ਬਹੁਤ। ਹਾਂਜੀ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਭੁਪਿੰਦਰ ਸਤਿ ਸ਼੍ਰੀ ਸਿੰਘ ਅਕਾਲ ਹੁੰਦਲ। ਜੀ ਢਿੱਲੋਂ ਸਾਹਿਬ, ਮੈਂ ਭੁਪਿੰਦਰ ਸਿੰਘ ਹੁੰਦਲ ਸ਼ਿਕਾਗੋ ਤੋਂ ਜੀ, ਫਰੈਂਡਸ ਜੀ। ਆਫ ਪੰਜਾਬ ਫਾਊਂਡੇਸ਼ਨ ਵੱਲੋਂ ਬੋਲ ਰਿਹਾ। ਜੀ ਤੇ ਦੇਖੋ, ਬਾਹਰਲੇ ਮੁਲਕਾਂ 'ਚ ਵੀ ਡੈਮੋਕ੍ਰੇਸੀ ਦੇ ਨਾਲ ਗਵਰਨਮੈਂਟਾਂ ਚੱਲਦੀਆਂ ਨੇ। ਇੰਡੀਆ ਵੀ ਇੱਕ ਡੈਮੋਕ੍ਰੈਟਿਕ ਕੰਟਰੀ ਆ। ਅਲਟੀਮੇਟਲੀ ਜਿਹੜੇ ਲੀਡਰ ਬਣਦੇ ਨੇ ਉਹ ਰਿਐਲਿਟੀ ਆ ਇਲੈਕਸ਼ਨ ਹੋ ਕੇ। ਇੰਝ ਲੱਗਦਾ ਵੀ ਲੀਡਰਾਂ ਨੂੰ ਤੇ ਆਦਤ ਹੈ ਹੀ ਸੀ ਲਿਪ ਸਰਵਿਸ ਦੇਣ ਦੀ। ਜਿਹੜੀ ਜਨਤਾ ਆ ਉਹ ਵੀ ਉਹਦਾ ਹਿੱਸਾ ਬਣ ਗਏ ਆ ਵੀ ਅਸੀਂ ਕਹਿਣਾ, ਹੋਕਾ ਜ਼ਰੂਰ ਦੇਣਾ ਵੀ ਜਿਹੜੇ ਲੀਡਰ ਵਾਕਿਆ ਹੀ ਲੋਕਾਂ ਦੀ ਸੇਵਾ ਵਾਲੇ ਆ ਉਹਨਾਂ ਨੂੰ ਅੱਗੇ ਲਿਆਉਣਾ। ਜਿਸਲੇ ਇਲੈਕਸ਼ਨ ਦਾ ਟਾਈਮ ਹੁੰਦਾ ਉਦੋਂ ਪਾਰਟੀਬਾਜ਼ੀ ਮੂਹਰੇ ਹੋ ਜਾਂਦੀ ਆ ਤੇ ਜਿਹੜੀ ਉਹ ਕੁਆਲਿਟੀ ਲੀਡਰ ਦੀ ਪਿੱਛੇ ਹੋ ਜਾਂਦੀ ਆ। ਉਹੀ ਲੀਡਰ ਜਿਹਨੂੰ ਚਾਹੁੰਦੇ ਆ ਸਾਰੇ ਪੰਜਾਬੀ ਦੇ ਇਮਾਨਦਾਰ ਹਿਸਟਰੀ ਵਾਲਾ ਲੀਡਰ ਹੋਵੇ, ਜਿਹਦਾ ਪ੍ਰੂਵਨ ਹਿਸਟਰੀ ਆ ਵੀ ਇਮਾਨਦਾਰ, ਜਿਹੜਾ ਲੀਡਰ ਆਪਣੇ ਪਰਿਵਾਰ ਕਹਿ ਲਓ ਜਾਂ ਆਪਣੀ ਪਾਰਟੀ ਕਹਿ ਲਓ ਉਹਨਾਂ ਦੇ ਖਿਲਾਫ ਵੀ ਖੜ ਕੇ ਬੋਲਣ ਵਾਲਾ ਹੋਵੇ ਵੀ ਤੁਸੀਂ ਗਲਤ ਕਰਦੇ ਹੋ, ਸਾਨੂੰ ਉਹ ਚਾਹੀਦਾ। ਜੇ ਉਹ ਲੀਡਰ ਇੱਕ ਪਾਰਟੀ ਨੂੰ ਜੁਆਇਨ ਕਰ ਜਾਂਦਾ ਤਾਂ ਬਾਕੀ ਦੀਆਂ ਸਾਰੀਆਂ ਉਹਨੂੰ ਲੱਤਾਂ ਸਿੱਟਦੇ ਵੀ ਇਹ ਬਹੁਤ ਗੰਦਾ ਸੀ, ਜੇ ਉੱਧਰ ਚਲ ਜਾਂਦਾ ਤਾਂ ਉਹਨੂੰ ਚੰਗਾ ਸਮਝਦੇ ਆ। ਬਿਲਕੁਲ। ਸੋ ਇਹ ਇਸ਼ੂ ਦੇਖੋ, ਅਮਰੀਕਾ ਕੈਨੇਡਾ ਦੇ ਵਿੱਚ ਸਾਡੇ ਬਾਕੀ ਬੰਦੇ ਗਵਰਨਮੈਂਟ ਸਰਵਿਸ ਵੀ ਨੇ, ਪ੍ਰਾਈਵੇਟ ਕਾਰਪੋਰੇਸ਼ਨ ਤੇ ਹੈ ਹੀ ਹੈ, ਅਸੀਂ ਆਪ ਬਿਜ਼ਨਸ ਚਲਾਉਂਦੇ ਹਾਂ। ਇੱਥੇ ਜਿਸਲੇ ਕੋਈ ਵੀ EMPLOYEE ਆ, ਚਾਹੇ ਉਹ ਗਵਰਨਮੈਂਟ ਦਾ ਚਾਹੇ ਪ੍ਰਾਈਵੇਟ, ਜਿਸਲੇ ਸਵੇਰੇ ਘਰੋਂ ਤੁਰਦਾ ਉਹਨੂੰ ਇਹ ਪਤਾ ਹੁੰਦਾ ਵੀ ਅੱਜ ਸਾਰੀ ਦਿਹਾੜੀ ਆਹ ਕੰਮਾਂ ਦੀ ਮੇਰੀ ਡੈਡਲਾਈਨ ਆ, ਮੈਂ ਉਹ ਖਤਮ ਕਰਨੀ ਆ, ਚਾਹੇ ਮੇਰੇ 4 ਘੰਟੇ ਐਕਸਟਰਾ ਲੱਗਣ। ਇਹ ਮੈਂਟੈਲਿਟੀ ਜਿਹੜੀ ਇੰਡੀਆ 'ਚ ਵੀ ਮਿਸਿੰਗ ਹੈ। ਇੱਥੇ ਲੋਕਾਂ ਦੀ, ਗਵਰਨਮੈਂਟ ਤੇ ਪੋਲੀਟੀਸ਼ੀਅਨ ਤੇ ਅਫਸਰਾਂ ਦੀ ਤੇ ਆਦਤ ਬੜੀ ਦੇਰ ਤੋਂ ਬਣੀ। ਹੁਣ ਲੋਕਾਂ ਦੀ ਵੀ ਇਹ ਆ ਭਾਈ ਸਿਫਾਰਿਸ਼ ਲੱਭੋ, ਇਹ ਨਾ ਦੇਖੋ ਵੀ ਇਹ ਜਸਟੀਫਾਈਡ ਹੈ ਕਿ ਨਹੀਂ ਜਸਟੀਫਾਈਡ। ਸੋ ਇਹ ਮਾਮਲੇ ਉਹਨਾਂ ਚਿਰ ਪੰਜਾਬ ਦੇ, ਚਾਹੇ ਕਿਸਾਨਾਂ ਦਾ, ਚਾਹੇ ਇੰਪਲਾਇਮੈਂਟ ਦਾ, ਚਾਹੇ ਗਰੀਬ ਬੰਦਿਆਂ ਨੂੰ ਨਾ ਰਲਾਉਣਾ। ਜਿੱਦਾਂ ਕਹਿੰਦੇ ਹੁੰਦੇ ਵੀ ਜਿਹੜੇ ਤੁਸੀਂ ਅੱਗੇ ਵਧਣਾ, ਇਕੱਲੇ ਇੱਕ ਪੈਰ ਨੂੰ ਅੱਗੇ ਅੱਗੇ ਲਿਆ ਕੇ ਨਹੀਂ ਵੱਧ ਸਕਦੇ, ਜਿੰਨੇ ਚਿਰ ਦੂਜਾ ਪੈਰ ਵੀ ਅੱਗੇ ਨਾ ਲਿਆਓ। ਜਿਹੜਾ ਲੋਅਰ ਤਬਕਾ ਆ ਸੋਸਾਇਟੀ ਦਾ, ਉਹਨੂੰ ਜਿੰਨਾ ਚਿਰ ਅੱਗੇ ਹਿਊਮਨ ਡਿਵੈਲਪਮੈਂਟ ਕਰਕੇ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਪ੍ਰੋਵਾਈਡ ਕਰਕੇ, ਉਹਨਾਂ ਨੂੰ ਸੁੱਖ ਦਾ ਸਾਹ ਦੇ ਕੇ, ਉਹਨਾਂ ਨੂੰ ਸਕਿੱਲ ਪ੍ਰੋਵਾਈਡ ਕਰਕੇ ਅੱਗੇ ਨਹੀਂ ਲਿਆਉਂਦੇ, ਉਹਨਾਂ ਚਿਰ ਇਹ ਕੁਛ ਨਹੀਂ ਬਣ ਸਕਦਾ। ਮੇਰਾ ਪਿੰਡ ਬੜਾ ਛੋਟਾ ਜਿਹਾ, ਸਾਡੀ ਫਾਊਂਡੇਸ਼ਨ ਵੱਲੋਂ ਕੋਈ 60 ਪਿੰਡਾਂ ਦੇ ਵਿੱਚ ਪਿੰਡ ਅਡਾਪਟ ਕੀਤੇ ਹੋਣੇ NRI ਨੇ। ਮੇਰਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਦਮਪੁਰ ਪਿੰਡ ਹੈ। ਅਸੀਂ 8 ਪਿੰਡਾਂ ਦੇ ਕਲਸਟਰ 'ਚ ਆਪਣੇ ਘਰ ਲਰਨਿੰਗ ਤੇ ਸਕਿੱਲ ਸੈਂਟਰ ਖੋਲਿਆ ਹੋਇਆ। ਉਹਦੇ ਤੇ ਉਹ ਫ੍ਰੀ ਜਿਹੜੀ ਸਕਿੱਲ ਪ੍ਰੋਵਾਈਡ ਕਰਦੇ ਆ। ਉਹੋ ਹੀ ਬੱਚੇ 6 ਪਿੰਡਾਂ ਦੇ ਜਿਹੜੇ ਵਿਹਲੇ ਫਿਰਦੇ ਸੀ +2 ਕਰਕੇ ਜਾਂ ਹੋਰ ਹੈ, ਪਹਿਲਾ ਬੈਚ ਐਡਵਾਂਸ ਕੰਪਿਊਟਰ ਦੇ 33 ਬੱਚਿਆਂ ਨੇ ਇੱਕ ਰੈਕੋਗਨਾਈਜ਼ਡ ਯੂਨੀਵਰਸਿਟੀਆਂ ਵੱਲੋਂ ਆਪਣੀ ਸਰਟੀਫਿਕੇਸ਼ਨ ਤੇ ਆਈ, ਪਰ ਟ੍ਰੇਨਿੰਗ ਸਾਡੇ ਸੈਂਟਰ 'ਚ ਮੁਫਤ ਹੋਈ ਆ ਪਿੰਡ ਦੇ ਵਿੱਚ। ਹੁਣ ਇਸ ਵੇਲੇ ਉਹ ਡਿਜੀਟਲ ਡਿਜ਼ਾਈਨ ਤੇ ਫੋਟੋਸ਼ਾਪ ਤੇ ਕੋਰਲ ਦੀ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਆ 1.5 ਮਹੀਨੇ ਦੀ। ਉਹ ਇੰਨਾ ਸੋਹਣਾ ਵਰਕ ਕਰਕੇ ਸਾਨੂੰ ਭੇਜਦੇ ਨੇ। ਆਪਣਾ ਜਿਹੜਾ ਉਹਨਾਂ ਨੇ ਦੇਖੋ, ਉਹੋ ਹੀ ਬੱਚੇ ਨੇ ਜਿਨ੍ਹਾਂ ਨੂੰ ਕੁਛ ਨਹੀਂ ਸੀ ਪਤਾ ਕੀ ਕਰਨਾ, ਨਾ ਉਹ ਕਿਤੇ ਸ਼ਹਿਰ ਜਾਣ ਜੋ ਕਿ ਨਾ ਉਹਨਾਂ ਦੀ ਜੈ ਕਈਆਂ ਦੀ। ਉਹਦੇ 'ਚ ਲੜਕੀਆਂ ਦੀ ਆਪਣਾ ਰੈਫਰੈਂਸ ਆਇਆ ਸੀ, ਪਟਵਾਰੀਆਂ ਦੀ ਨੌਕਰੀ ਤੇ ਲੜਕੀਆਂ ਬਹੁਤ ਬੜੇ। ਸਾਡੇ ਵੀ ਉੱਥੇ ਪਿੰਡਾਂ ਦੇ ਵਿੱਚ ਵੀ ਲੜਕੀਆਂ ਦੀ ਗਿਣਤੀ ਹਰ ਇੱਕ ਪਾਸਿਓਂ ਸਾਡੇ ਸੈਂਟਰ ਦੇ ਵਿੱਚ ਜ਼ਿਆਦਾ ਆ ਰਹੀ ਆ, ਔਰ ਉਹ ਸਭ ਤੋਂ ਅੱਗੇ ਐਕਸੈਲ ਹੋ ਰਹੀਆਂ ਇਸ ਤਰ੍ਹਾਂ ਦੇ ਆੜ ਤੇ। ਸੋ ਬਾਟਮ ਲਾਈਨ ਇਹ ਆ ਵੀ ਇਹ ਤੇ ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਧੋਖਾ ਦੇਣੋਂ ਜਨਤਾ ਵੀ ਨਹੀਂ ਹਟਦੀ ਵੀ ਹੋਕਾ ਕੋਈ ਦੇਣਾ ਤਾਂ ਕੰਮ ਕੋਈ ਕਰਨੇ ਆ, ਇਹ ਲੋਕਾਂ ਨੂੰ ਤੇ ਇਹਨਾਂ ਤੋਂ ਐਕਸਪੈਕਟ ਕੀ ਕਰ ਸਕਦੇ। ਉਹ ਤੇ ਸਗੋਂ ਮੋਲਡਨ ਹੋ ਜਾਂਦੇ ਆ ਬਸ ਠੀਕ ਹੈ, ਗਲਤ ਮਲਤ ਕਰੀ ਜਾਓ, ਆਪਣੇ ਫਾਇਦੇ ਉਠਾਈ ਜਾਓ, ਕਦੇ ਸੋਚੋ ਨਾ ਵੀ ਕਿਹੜੀ ਮੇਰੀ ਡੈਡਲਾਈਨ ਹੈ, ਕਿਹੜਾ ਪ੍ਰਾਈਵੇਟ ਫਿਨਿਸ਼ ਕਰਨਾ। ਲੋਕੀ ਸਾਡੇ ਨਾਲ ਹੀ ਨੇ। ਸੋ ਮੈਂ ਇੰਨੇ ਤੇ ਬਰੀਫਲੀ ਕਾਮੈਂਟ ਦੇਣਾ, ਕਦੇ ਮੌਕਾ ਹੋਇਆ ਤਾਂ ਜ਼ਰੂਰ ਮੈਨੂੰ ਟਾਈਮ ਦਿਓ, ਮੈਂ ਤੁਹਾਨੂੰ ਆਪਣੀ ਸਾਰੀ ਫਾਊਂਡੇਸ਼ਨ ਬਾਰੇ ਦੱਸਾਂਗੇ ਕਿਵੇਂ ਅਸੀਂ ਲੋਅਰ ਲੈਵਲ ਦੇ ਪੜ੍ਹੇ ਲਿਖੇ ਬੱਚੇ ਨੂੰ, ਕਿਸਾਨ ਨੂੰ। ਇੱਕ ਅਸੀਂ ਫਾਰਮ ਸੈਕਟਰ ਕਿੱਥੇ ਸੇਖਵਾਂ ਪਿੰਡ ਹੈ ਸੰਗਰੂਰ ਨੇੜੇ, ਉੱਥੇ NRI ਡਾਕਟਰ ਆਪਣੇ 25 ਲੱਖ ਲਾ ਕੇ ਮਸ਼ੀਨਰੀ ਲਈ ਹੈ ਜੀ ਉਹਨਾਂ ਫਾਰਮਰਾਂ ਲਈ ਜਿਨ੍ਹਾਂ ਕੋਲ ਥੋੜੀ ਜ਼ਮੀਨ ਹੈ ਔਰ ਮਸ਼ੀਨਰੀ ਕੋਈ ਨਹੀਂ, ਉਹਨਾਂ ਦੀ ਹੈਲਪ ਹੋ ਰਹੀ। ਉਹ ਮਸ਼ੀਨਰੀ ਜਿਹੜੀ ਹੈ ਅੱਧੇ ਰੇਟ ਤੇ ਰੈਂਟ ਕਰਕੇ। ਬਿਲਕੁਲ ਭੁਪਿੰਦਰ ਜੀ, ਬੜਾ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨੰਬਰ ਤੇ ਤੁਸੀਂ ਹੁਣ ਸਾਨੂੰ ਕਾਲ ਕੀਤੀ ਆ, ਪ੍ਰੋਗਰਾਮ ਤੋਂ ਬਾਅਦ ਤੁਸੀਂ ਇੱਕ ਵਾਰ ਫਿਰ ਤੋਂ ਕਾਲ ਕਰਕੇ ਜਿਹੜਾ ਆਪਣਾ
ਜਲੰਧਰ ਪਿੰਡ ਵਾਲਾ ਜਿੱਥੇ ਤੁਸੀਂ ਇਹ ਸਿਖਲਾਈ ਕੇਂਦਰ ਬਣਾਇਆ, ਉਹਦਾ ਕੋਈ ਕੰਟੈਕਟ ਨੰਬਰ ਤੇ ਉਹਦਾ ਪਤਾ ਜ਼ਰੂਰ ਲਿਖਾਇਓ ਜੀ, ਤੇ ਅਸੀਂ ਵੀ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਤੇ ਵਾਕਈ ਤੁਹਾਡੇ ਇਸ ਜਜ਼ਬੇ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਕਿ ਜਿਹੜੀ ਤੁਸੀਂ ਕੋਸ਼ਿਸ਼ ਕਰ ਰਹੇ ਹੋ 7 ਸਮੁੰਦਰ ਪਾਰ ਬਹਿ ਕੇ, ਉਹਦੇ ਚੰਗੇ ਨਤੀਜੇ ਪੰਜਾਬ ਦੇ ਵਿੱਚ ਨਿਕਲ ਰਹੇ ਨੇ। ਮੁੰਡੇ ਕੁੜੀਆਂ ਨੂੰ ਸਿਖਲਾਈ ਦੇ ਨਵੇਂ ਮੌਕੇ ਢਿੱਲੋਂ ਸਾਹਿਬ ਮਿਲ ਰਹੇ ਨੇ। ਦੇਖੋ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ, ਕੋਸ਼ਿਸ਼ਾਂ ਹੋਰ ਵੀ ਹੋਣ ਤੇ ਹੋਰ ਵੀ ਬੱਚੇ ਅੱਗੇ ਵਧ ਸਕਦੇ। ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਅਹਿਮ ਹੈ। ਪੰਜਾਬ ਦਾ ਸਭ ਤੋਂ ਪਹਿਲਾ ਪਿੰਡ ਲਾਂਬੜਾ ਕਾਂਗੜੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਜਿੱਥੇ ਵਿਅਕਤੀਗਤ ਕਿਸੇ ਘਰ ਵਿੱਚ ਟਰੈਕਟਰ ਨਹੀਂ, ਸੁਸਾਇਟੀ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਜਿਹੜੀ ਸਹਿਕਾਰੀ ਸਭਾ ਹੈ ਉਹਦੇ ਵਿੱਚ ਉੱਥੇ ਦਿੱਤੇ ਜਾਂਦੇ ਨੇ। ਸਾਨੂੰ ਅਸੀਂ ਕਰਜ਼ਦਾਰ ਹੋਏ ਕਿਵੇਂ ਹੈ, ਇਹਦੇ ਉੱਤੇ ਬਹੁਤ ਵੱਡੀ ਵਿਚਾਰ ਵਟਾਂਦਰੇ ਦੀ ਲੋੜ ਹੈ। ਜੇ ਤੁਸੀਂ ਉਹਦੇ ਅਸਲੀ ਕਾਰਨਾਂ ਤੇ ਪਹੁੰਚ ਜਾਓਗੇ ਤਾਂ 90% ਟਰੈਕਟਰ ਇੱਥੇ ਬੇਕਾਰ ਖੜਾ ਹੈ। ਵੱਡੇ ਕਿਸਾਨ ਨੂੰ ਤਾਂ ਚਾਹੀਦਾ, ਛੋਟੇ ਕਿਸਾਨ ਨੂੰ ਚਾਹੀਦਾ ਕਿੱਥੇ ਹੈ? 5 ਦਿਨ 6 ਦਿਨ ਹਾੜੀ 'ਚ, 5-7 ਦਿਨ ਸੌਣੀ 'ਚ, ਉਦੋਂ ਬਾਅਦ ਤਾਂ ਅਸੀਂ ਘਰੀ ਖੜਾਇਆ ਵਾ। ਬਿਲਕੁਲ। ਤੇ ਲੱਖਾਂ ਰੁਪਈਆਂ ਦਾ ਕਰਜ਼ਾ ਆਪਦੇ ਸਿਰ ਤੇ ਚੱਕਿਆ ਵਾ। ਇਹ ਜਿਹੜਾ ਇਹਨਾਂ ਨੇ ਗੱਲ ਕੀਤੀ ਆ ਨਾ ਭੁਪਿੰਦਰ ਜੀ ਨੇ, ਜਾਂ ਇੱਕ ਪਹਿਲੇ ਕਾਲਰ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਧਾਰਮਿਕ ਸਥਾਨਾਂ ਤੇ ਚੜਾਵਾ ਚੜਾਉਣਾ ਬੰਦ ਕਰ ਦਿਓ, ਮੈਂ ਇਹਦੇ ਨਾਲ ਸਹਿਮਤ ਹਾਂ। ਜਿਵੇਂ ਸਕਿੱਲ ਸੈਂਟਰ ਇਹ ਚਲਾ ਰਹੇ ਨੇ, ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ, ਇਸ ਤਰ੍ਹਾਂ ਦੇ ਸਕਿੱਲ ਸੈਂਟਰ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਆਤਮ ਨਿਰਭਰ ਕਰ ਦਿਓ। ਬੱਚੇ ਆਪ ਦਾ ਰੁਜ਼ਗਾਰ ਆਪ ਪੈਦਾ ਕਰ ਲੈਣ। ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਇਹਨਾਂ ਪਟਵਾਰੀਆਂ ਨੂੰ ਪਹਿਲਾਂ ਸਾਲ ਭਰ ਤਾਂ 5000 ਦੇਣੇ, ਫਿਰ 2 ਸਾਲ ਵਾਸਤੇ 20000 ਦੇਣੇ, ਫਿਰ ਉਹਨਾਂ ਨੂੰ ਪੱਕਾ ਕਰਨਾ। ਪਤਾ ਨਹੀਂ ਹੋਣਗੇ ਵੀ ਕਿ ਨਹੀਂ ਹੋਣਗੇ, ਕਈ ਤਾਂ ਵਿੱਚ ਵਿਚਾਲੇ ਛੱਡ ਜਾਣਗੇ। ਇਹ ਜਿਹੜੀ ਨੌਕਰੀ ਹੈ ਇਹ 10ਵੀਂ ਪੱਧਰ ਦੀ ਨੌਕਰੀ ਹੈ ਇਸ ਤੋਂ ਪਹਿਲਾਂ, ਤੇ 10ਵੀਂ ਪੱਧਰ ਦੀ ਨੌਕਰੀ ਵਿੱਚ ਵੀ PhD ਤੱਕ ਦੇ ਬੱਚੇ ਆ ਜਾਣ ਤਾਂ ਜਿਹੜੇ ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ, ਇੱਕ ਹੋਰ 400 ਯੂਨਿਟ ਦੇ ਦੇਾਂਗੇ, ਦੂਜਾ ਕਹਿੰਦਾ 300 ਦੇ ਦੇਾਂਗੇ, ਇੱਕ ਕਹਿੰਦਾ 200 ਦੇ ਦੇਾਂਗੇ, ਮੇਰਾ ਖਿਆਲ ਇੱਕ ਤਾਂ ਹੋਰ ਆ ਜਾਊਗਾ, ਕਹੂਗਾ 500 ਯੂਨਿਟ ਦੇ ਦੇਾਂਗੇ। ਇਹ ਮੁਕਤਖੋਰੀ ਛੱਡ ਦਿਓ। ਇਹਨਾਂ ਬੱਚਿਆਂ ਦਾ ਕੀ ਭਵਿੱਖ ਹੈ? ਜਿਹੜੇ ਬੱਚੇ ਵਿਚਾਰੇ ਅੱਜ ਕੱਲ ਤੁਸੀਂ ਦੇਖੋ ਬੱਸਾਂ ਦੇ ਵਿੱਚ ਛੱਤਾਂ ਤੇ ਬੈਠ ਕੇ ਆ ਰਹੇ ਸੀ, ਔਰ ਐਕਸੀਡੈਂਟ ਵੀ ਹੋਏ। ਉਸ ਐਕਸੀਡੈਂਟ ਦੇ ਵਿੱਚ ਬੱਚੇ ਦਾ ਨੁਕਸਾਨ ਹੋਇਆ। ਕੋਈ ਸ਼ਰਮ ਕਰ ਲਓ ਮਾੜੀ ਮੋਟੀ, ਬੈਠ ਕੇ ਉਹ ਕੰਮ ਕਰੋ। ਇਹ ਜਿਹੜਾ SS ਬੋਰਡ ਦੇ ਚੇਅਰਮੈਨ ਸਾਹਿਬ ਨੇ ਇਹ ਫੈਸਲਾ ਲਿਆ ਕਿ ਦੂਰ ਦਰਾਡੇ ਸੈਂਟਰ ਬਣਾ ਦਿੱਤੇ ਗਏ, ਚੰਗਾ ਇਹ ਸੀ ਕਿ ਸੈਂਟਰ ਨੇੜੇ ਤੋਂ ਨੇੜੇ ਬਣਾਇਆ ਜਾਂਦਾ। ਜੇ ਇਹ ਮਨਸ਼ਾ ਨਾਲ ਬਣਾਇਆ ਕਿ ਉੱਥੇ ਪਤਾ ਹੁੰਦਾ ਨਕਲ ਹੋ ਜੂ, ਫਲਾਨਾ ਹੋ ਜੂ, ਟਮਕਾ, ਆਪਣਾ ਜਿਹੜਾ ਪ੍ਰਬੰਧ ਹੈ ਉਹਦੇ 'ਚ ਸੁਧਾਰ ਕਰੋ। ਕੱਲ ਬਹੁਤ ਗਿਣਤੀ ਬੱਚਿਆਂ ਦੇ ਵਿੱਚ ਤੁਸੀਂ ਦੇਖਿਓ, ਠੀਕ ਕਿਹਾ ਇੱਕ ਨੇ ਕਿ ਬੱਸਾਂ ਦੇ ਉੱਤੇ ਚੜ ਕੇ ਉਹ ਗਏ ਨੇ, 1.25 ਜਾਂ 2 ਲੱਖ ਬੱਚਾ, ਸਾਰੇ ਤਾਂ ਨਹੀਂ ਕਾਰਾਂ ਤੇ ਗਏ ਹੋਣੇ, 50% ਦਾ ਘੱਟੋ ਘੱਟ 1.25 ਲੱਖ ਬੱਚਾ ਜਿਹੜਾ ਹੈਗਾ ਉਹ ਬੱਸਾਂ ਤੇ ਗਿਆ। ਕੱਲ ਹਾਲ ਕੀ ਸੀ? ਚੰਡੀਗੜ੍ਹ ਅੱਡੇ ਦੇ ਵਿੱਚ ਲੰਬੀਆਂ ਲਾਈਨਾਂ ਲੱਗੀਆਂ, ਬੱਸ ਮਗਰੋਂ ਖੜਦੀ ਸੀ, ਪਰ ਪਹਿਲਾਂ ਜਾਂਦੀ ਸੀ। ਸੋ ਇਹ ਜਿਹੜੇ ਹੁਕਮਰਾਨ ਚੁਣ ਕੇ ਅਸੀਂ ਭੇਜੇ ਨੇ, ਇਹਨਾਂ ਨੇ ਜੇ ਸਾਰਾ ਦਾ ਸਾਰਾ ਗਲਾ ਲੋਕਾਂ ਦਾ ਘੁੱਟਣਾ ਤਾਂ ਰੱਬ ਰਾਖਾ, ਬਚਾਓ ਇਹਨਾਂ ਤੋਂ। ਆਪਣੇ ਪਿੰਡਾਂ ਦੇ ਵਿੱਚ ਆਪਦੇ ਸਕਿੱਲ ਸੈਂਟਰ ਬਣਾ ਲਵੋ, ਛੋਟਾ ਕੰਮ ਕਰ ਲਓਗੇ, ਕੋਈ ਫਰਕ ਨਹੀਂ ਪੈਣਾ। ਜੇ 5000 ਪਿੱਛੇ ਇਹਨਾਂ ਦੀ ਗੁਲਾਮੀ ਕਰਨੀ ਹੈ, ਉਹਦੇ ਨਾਲੋਂ ਤਾਂ ਆਪਣਾ ਭਾਵੇਂ ਦੁੱਧ ਦਾ ਕੰਮ ਸ਼ੁਰੂ ਕਰ ਲਓ, ਸਬਜ਼ੀਆਂ ਦਾ ਕੰਮ ਸ਼ੁਰੂ ਕਰ ਲਓ। ਪੰਜਾਬ ਦੇ ਖੇਤੀ ਵਿੱਚ ਬਦਲਾਅ ਆ ਸਕਦਾ ਹੈ ਜੇ ਪੰਜਾਬ ਦਾ ਕਿਸਾਨ ਕੱਲਾ ਚਿੱਟ ਕੱਪੜੀਆਂ ਨਾ ਹੋਵੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਇਹਨਾਂ ਨੂੰ ਕਿ ਸਬਜ਼ੀਆਂ ਤੇ ਦਾਲਾਂ ਦੀ ਜਿੰਨੀ ਜ਼ਰੂਰਤ ਹੈ ਉਨੀ ਆਪ ਦੀ ਪੈਦਾ ਕਰੋ। ਕਈ ਵਾਰ ਅਸੀਂ ਕਰਦੇ ਕੀ ਹੈ ਕਿ ਆਲੂ ਹੈ, ਆਲੂ ਦੀ ਫਸਲ ਇੰਨੀ ਪੈਦਾ ਕਰਤੀ ਕਿ ਧਾਰਮਿਕ ਸਥਾਨਾਂ ਨੇ ਵੀ ਲਿਖ ਕੇ ਲਾਤਾ ਕਿ ਇੱਥੇ ਆਲੂ ਦਾਨ ਕਰਨੇ ਮਨਾ ਨਹੀਂ। ਇੱਥੋਂ ਤੱਕ ਕਿ ਕੋਲਡ ਸਟੋਰਾਂ ਦਾ ਭਾਅ ਜ਼ਿਆਦਾ, ਆਲੂ ਦਾ ਭਾਅ ਘੱਟ, ਤੇ ਕਿਸਾਨ ਜਾਵੇ ਤਾਂ ਜਾਵੇ ਕਿੱਥੇ? ਸੋ ਰਾਓ, ਕਿਸਾਨ ਅੱਜ ਬਹੁਤ ਵੱਡੀ ਮਾਰ ਹੇਠ ਹੈ। ਉਹ ਜੇ ਕਿਸਾਨੀ ਨੂੰ ਅਸੀਂ ਉਹਦੇ ਵਿੱਚੋਂ ਨਾ ਕੱਢਿਆ, ਨਾ ਬਚਾਇਆ, ਤੇ ਕੁਝ ਜਿੱਥੇ ਕਿਸਾਨਾਂ ਦਾ ਵੀ ਕਸੂਰ ਆ, ਇਹ ਜਿਹੜਾ ਸੰਯੁਕਤ ਮੋਰਚਾ ਹੈ, ਜਿਹੜੀਆਂ ਘਾਟਾਂ ਸਾਡੇ 'ਚ ਨੇ ਉਹ ਘਾਟਾਂ ਅਸੀਂ ਕੱਢੀਏ ਤੇ ਦੂਜੀਆਂ ਸਰਕਾਰਾਂ ਨੂੰ ਮਜਬੂਰ ਕਰੀਏ ਕਿ ਉਹ ਸਾਡੀਆਂ ਗੱਲਾਂ ਸੁਣ। ਤੇ ਖੇਤੀ ਸਭ ਤੋਂ ਵੱਡਾ ਸੈਕਟਰ ਹੈ ਜਿਹਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਲੱਤ ਫਸਾ ਕੇ ਕਾਰਪੋਰੇਟ ਘਰਾਣੇ ਨੂੰ ਦੇਣ ਲੱਗੇ ਨੇ। ਇਸੇ ਕਰਕੇ ਕਿਸਾਨ 8 ਮਹੀਨਿਆਂ ਤੋਂ
ਉੱਥੇ ਹੱਦਾਂ ਦੇ ਉੱਤੇ ਬਿਲਕੁਲ। ਬੈਠੇ ਨੇ। ਇਹ 'ਚ ਅਸੀਂ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਦੇ ਰੱਦ ਕਰਾਉਣ ਦੇ 100% ਦਾ ਹੱਕ 'ਚ ਹੈ ਕਿ ਇਹ ਰੱਦ ਹੋਣੇ ਚਾਹੀਦੇ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਤਾਂ ਚਾਹੁੰਦੇ ਨੇ ਕਿ ਜਿਹੜਾ ਨੌਜਵਾਨ ਬੇਰੁਜ਼ਗਾਰ ਆ ਉਹ ਪਕੌੜੇ ਤਲ ਲੇ। ਇਹ ਨਹੀਂ ਚਾਹੁੰਦੇ ਕਿ ਜਿਹੜੇ ਨੌਜਵਾਨ ਦੇ ਕੋਲ ਆਪਣੀ ਘਰ ਦੀ ਜ਼ਮੀਨ ਆ ਉਹ ਖੇਤੀਬਾੜੀ ਕਰਦਾ ਰਹੇ। ਚਲੋ ਖੈਰ ਇਹ ਅਲੱਗ ਵਿਸ਼ਾ, ਪਰ ਜਿਹੜੇ ਪੇਪਰਾਂ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਪਟਵਾਰੀ ਦੇ ਲਈ ਪੇਪਰ ਕੱਲ ਹੋਏ ਨੇ, ਉਹਦੇ 'ਚ ਚੰਡੀਗੜ੍ਹ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਕਕਾਰ ਲਹਾਏ ਗਏ ਨੇ ਸੈਕਟਰ 32 ਦੇ ਵਿੱਚ, ਇਹ ਸਭ ਤੋਂ ਪਹਿਲਾਂ ਖਬਰ ਸਾਹਮਣੇ ਆਈ ਸੀ। ਤੇ ਪਰ ਹੁਣ ਇੱਥੇ ਫਿਰ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ? ਇਹ ਉਹੀ ਪੰਜਾਬ ਸਰਕਾਰ ਹੈ ਤੇ ਜਦੋਂ ਵਿਦੇਸ਼ਾਂ ਦੇ ਵਿੱਚ ਕਿਸੇ ਪੰਜਾਬੀ ਸਿੱਖ ਦੇ ਨਾਲ ਕਿਤੇ ਏਅਰਪੋਰਟ ਤੇ ਕੋਈ ਗੱਲ ਹੋ ਜਾਂਦੀ ਹੈ, ਕਿਤੇ ਦਸਤਾਰ ਉਤਾਰ ਲਈ ਅਸੀਂ ਦੇਖਿਆ ਕਿ ਕਿਤੇ ਕਿਰਪਾਨਾਂ ਉਤਾਰ ਲਈਆਂ ਗਈਆਂ ਨੇ, ਤੇ ਇਹ ਤਾਂ ਫਿਰ ਹੁਣ ਪੰਜਾਬ ਦੇ ਆਪਣੀ ਰਾਜਧਾਨੀ ਚੰਡੀਗੜ੍ਹ 'ਚ ਸ਼ੁਰੂ ਹੋਣ ਲੱਗ ਗਿਆ। ਤੇ ਕਿੱਡਾ ਕਿ ਇਹ ਵੱਡਾ ਪੇਪਰ ਸੀ ਜਿਹਦੇ ਵਿੱਚ ਇੰਨੀ ਕੁ ਸ਼ਾਇਦ ਪਤਾ ਨਹੀਂ ਕੀ ਸਿਕਿਉਰਿਟੀ ਦਾ ਕੀ ਚੱਕਰ ਸੀ ਜਾਂ ਕੀ ਚੱਕਰ ਸੀ ਵੀ ਜਿਹੜਾ ਕੋਈ ਇਸ ਤਰ੍ਹਾਂ ਦੇ ਕਕਾਰਾਂ ਨੂੰ ਅੰਦਰ ਲੈ ਕੇ ਜਾਣ, ਕਕਾਰਾਂ ਤੇ ਕੀ ਲਿਖ ਕੇ ਲੈ ਜਾਣਾ ਸੀ ਉਹਨੇ, ਇਹ ਬਹੁਤ ਮੰਦਭਾਗਾ। ਇਹਦੀ ਜਾਂਚ ਹੋਣੀ ਚਾਹੀਦੀ ਹੈ ਬਕਾਇਦਾ। ਆ ਥੋੜੇ ਦਿਨ ਪਹਿਲਾਂ ਦਿੱਲੀ ਤੋਂ ਵੀ ਖਬਰ ਆਈ ਸੀ ਜੀ, ਤੇ ਇਦੋਂ ਵੀ ਸ਼ਰਮਸਾਰ ਕਰਨ ਵਾਲੀ ਗੱਲ ਇਹ ਹੈ ਅਸਲ ਦੇ ਵਿੱਚ ਰਾਓ, ਜਿਹੜੇ ਸਾਡੇ ਇਹਨਾਂ ਨੇ ਸਾਰੇ ਸਿਸਟਮ ਨੂੰ ਕਰਪਟ ਕਰਤਾ। ਤੁਹਾਨੂੰ ਯਾਦ ਹੋਣਾ ਅੱਜ ਤੋਂ 2 ਸਾਲ ਪਹਿਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਸੀਨੀਅਰ ਆਗੂ ਬੀਬੀ ਕਿਰਨਜੋਤ ਕੌਰ, ਉਹ ਕੈਨੇਡਾ ਤੋਂ ਆਈ। ਉਹਨਾਂ ਨੇ ਕਿਹਾ ਕਿ ਮੈਂ ਦਿੱਲੀ 에ਅਰ ਕੈਨੇਡਾ ਦੇ ਵਿੱਚ ਆਈ ਹਾਂ, ਕਿਸੇ ਨੇ ਕਕਾਰ ਦੀ ਕੋਈ ਗੱਲ ਨਹੀਂ ਕੀਤੀ। ਜਦੋਂ ਮੈਂ ਦਿੱਲੀ ਤੋਂ 에ਅਰ ਇੰਡੀਆ ਦੇ ਫਲਾਈਟ ਦੇ ਵਿੱਚ ਅੰਮ੍ਰਿਤਸਰ ਲਈ ਬੈਠੀ, ਉਦੋਂ ਕਹਿੰਦੇ ਲਾ ਦੋ, ਕਹਿੰਦੇ ਉਹ ਮੈਨੂੰ ਮੇਰੇ ਕਕਾਰ ਲਾਉਣ ਤੱਕ ਜਾਣ ਤਾਂ ਜਿਹੜੇ ਹੁਕਮਰਾਨ ਪਿੱਛੇ 10 ਸਾਲ ਇਹਨਾਂ ਨਾਲ ਜਾਰੀਆਂ ਪਾ ਕੇ ਰੱਖੀਆਂ ਤੇ ਧਾਰਮਿਕਤਾ ਦਾ ਢੰਡੋਰਾ ਪਿੱਟਦੇ ਨੇ, ਉਹਨਾਂ ਨੇ ਤੇ ਮੌਜੂਦਾ ਜਿਸ ਸਰਕਾਰ ਵੇਲੇ ਇਹ ਵਾਪਰਿਆ, ਜਾਂ ਸ਼੍ਰੋਮਣੀ ਕਮੇਟੀ ਸਾਡੀ ਕਿੱਡੀ ਵੱਡੀ ਸੰਸਥਾ ਹੈ, ਉਹਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਕਿਉਂ ਨਾ? ਇਹ ਬਾਰ-ਬਾਰ ਇਸ ਤਰ੍ਹਾਂ ਦੀਆਂ ਉਨਤਾਈਆਂ ਹੁੰਦੀਆਂ ਕਿਉਂ ਨਹੀਂ? ਕਿਉਂ ਇਹ ਲੋਕਾਂ ਦੀ ਮਾਨਸਿਕਤਾ ਇਸ ਕਿਸਮ ਦੀ ਬਣੀ ਹੋਈ ਹੈ ਜਿਹੜੇ ਇਸ ਪੱਧਰ ਤੱਕ ਜਾ ਪਹੁੰਚਦੇ ਨੇ? ਇਹਦੇ ਲਈ ਸਭ ਆਪੋ ਆਪਣੀ ਡਬਲੀ ਵਜਾ ਰਿਹਾ ਹੈ। ਲੋਕ ਮਤਲਬ ਦਿਨੋਂ ਦਿਨ ਇਹ ਲੱਗਦਾ ਸੀ ਕਿ ਸਾਡਾ ਸਾਹ ਸੌਖਾ ਹੋਏਗਾ, ਹੋਰ ਅਸੀਂ ਉਲਝਦੇ ਜਾਂਦੇ ਹਾਂ। ਜਿਹੜੀ ਸਭ ਤੋਂ ਵੱਡੀ ਬਿਮਾਰੀ ਇਹ ਦੇਸ਼ ਦੀ ਸੀ ਉਹ ਆ ਆਬਾਦੀ। ਜੀ, ਆਬਾਦੀ ਤੇ ਉੱਤੇ ਅਸੀਂ ਕੋਈ ਕੰਟਰੋਲ ਨਹੀਂ ਕੀਤਾ। ਜੇ ਆਬਾਦੀ ਤੇ ਕੰਟਰੋਲ ਕੀਤਾ ਹੁੰਦਾ ਤਾਂ ਕਾਸ਼ ਇਹ 2 ਲੱਖ ਬੱਚਾ ਨਹੀਂ ਗਿਆ ਹੁੰਦਾ ਸੀ, ਉਹ ਕਿਤੇ ਨਾ ਕਿਤੇ ਰੁਜ਼ਗਾਰ ਤੇ ਹੁੰਦਾ। ਦੂਜਾ, ਸਾਨੂੰ ਘਰਾਂ ਦੀ ਘੱਟ ਲੋੜ ਪੈਂਦੀ, ਅਨਾਜ ਦੀ ਘੱਟ ਲੋੜ ਪੈਂਦੀ, ਤਾਂ ਇਹੀ ਮੁਲਕ ਬਹੁਤ ਅੱਗੇ ਨੂੰ ਜਾਣਾ ਸੀ। ਜਿਹੜੇ ਅਸੀਂ ਚੁਣ ਕੇ ਲੋਕਾਂ ਨੂੰ ਭੇਜਦੇ ਹਾਂ, ਜਦੋਂ ਉਹ ਪਾਰਲੀਮੈਂਟਾਂ ਦੇ ਵਿੱਚ ਬੈਠ ਕੇ ਮੋਬਾਈਲਾਂ ਦੇ ਉੱਤੇ ਅਜਿਹੀਆਂ ਫਿਲਮਾਂ ਵੇਖਦੇ ਨੇ ਜਿਹਦੇ ਨਾਲ ਸਿਰ ਝੁਕਦਾ ਹੈ ਸ਼ਰਮ ਦੇ ਨਾਲ, ਤਾਂ ਆਸ ਇਹਨਾਂ ਤੋਂ ਕੀ ਰੱਖੋਗੇ? ਕਿਹੜਾ ਮਸੀਹਾ ਆਊਗਾ ਜਿਹੜਾ ਇਸ ਬਿਮਾਰੀ ਨੂੰ ਨਹੀਂ ਤਾਂ ਜਿਹੜੇ ਅਪਰਾਧਕ ਬਿਰਤੀ ਵਾਲੇ ਲੋਕਾਂ ਦਾ ਰਾਜਨੀਤੀ ਦੇ ਵਿੱਚ ਭਾਰੂਪਣ ਹੋਣਾ, ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ। ਇਹਦੇ ਲਈ ਮੇਰਾ ਖਿਆਲ ਕੋਈ ਚੀਫ ਜਸਟਿਸ ਸਾਹਿਬ ਨੇ ਵੀ ਗੱਲ ਕੀਤੀ ਹੈ। ਬਿਲਕੁਲ, ਇਹ 2 ਗੱਲਾਂ ਹੈ ਢਿੱਲੋਂ ਸਾਹਿਬ ਜਿਹੜੀ ਤੁਸੀਂ ਗੱਲ ਕਰੀ ਆ। ਇੱਕ ਤਾਂ ਇਹੀ ਹੈ ਕਿ ਮੌਨਸੂਨ ਦਾ ਜਿਹੜਾ ਇਜਲਾਸ ਚੱਲਦਾ ਉਹਦਾ ਆਖਰੀ ਹਫਤਾ ਹੁਣ, ਹਾਂਜੀ, ਇਹਦੇ 'ਚ ਹੁਣ ਤੱਕ ਤਾਂ ਕੁਝ ਨਹੀਂ ਹੋਇਆ, ਆਖਰੀ ਹਫਤੇ 'ਚ ਪਤਾ ਨਹੀਂ ਕੀ ਹੋਣਾ ਕੀ ਨਹੀਂ। ਤੇ ਜਿਹੜਾ ਦੂਸਰੀ ਗੱਲ ਆਪਾਂ ਕਰ ਰਹੇ ਹਾਂ ਕਿ ਚੀਫ ਜਸਟਿਸ ਆਫ ਇੰਡੀਆ ਨੇ ਇਹ ਗੱਲ ਆਪਣੇ ਮੂੰਹ ਤੋਂ ਆਖੀ ਹੈ। ਉਹਨਾਂ ਦਾ ਬਿਆਨ ਹੈ ਕਿ ਭਾਰਤ ਦੇਸ਼ ਦੇ ਥਾਣਿਆਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਉਹ ਹੋ ਰਿਹਾ। ਇੱਕ ਚੀਫ ਜਸਟਿਸ ਆਫ ਇੰਡੀਆ ਦਾ ਇਹ ਬਿਆਨ ਤੇ ਬਹੁਤ ਵੱਡਾ ਬਿਆਨ ਹੈ, ਕਿਉਂਕਿ ਹਮੇਸ਼ਾ ਇਹਨਾਂ ਥਾਣਿਆਂ ਦੇ ਸਤਾਏ ਲੋਕ ਤਾਂ ਬੋਲਦੇ ਨੇ, ਪਰ ਅੱਜ ਚੀਫ ਜਸਟਿਸ ਬੋਲੇ ਨੇ, ਤੇ ਇਹਦੇ 'ਚ ਕੋਈ ਫਿਰ ਸੁਧਾਰ ਆਊਗਾ? ਹੁਣ ਦੇਖੋ, ਜਿਹੜੀ ਚੀਫ ਜਸਟਿਸ ਸਾਹਿਬ ਜਿਹੜੇ ਵੀਰ ਮੰਨਾ ਨੇ ਜੀ, ਉਹਨਾਂ ਨੇ ਇਹ ਗੱਲ ਬਹੁਤ ਵੱਡੀ ਕਹਿਤੀ। ਸਭ ਤੋਂ ਵੱਧ ਜਿਹੜਾ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਬੈਠਾ ਜਿਹਦੇ ਅਧੀਨ ਸਾਰੀਆਂ ਫੋਰਸਾਂ ਨੇ, ਇਹ ਉਹਦੇ ਲਈ ਬਹੁਤ ਵੱਡਾ ਚੁਣੌਤੀ ਹੈ, ਬਹੁਤ ਵੱਡਾ ਗੱਲ ਉਹ ਕਹੇਗੇ। ਉਹ ਕਹਿੰਦੇ ਵੀ ਜਦੋਂ ਪੁਲਿਸ ਹਿਰਾਸਤ ਦੇ ਵਿੱਚ ਹਵਾਲਾਤਾਂ ਦੇ ਵਿੱਚ ਲੋਕਾਂ ਨੂੰ ਰੱਖਿਆ ਜਾਂਦਾ ਹੈ ਤਾਂ ਉੱਥੇ ਲੋਕਾਂ ਦੇ ਉੱਤੇ ਜੋ ਅੰਨਾ ਤਸ਼ੱਦਦ ਕੀਤਾ ਜਾਂਦਾ ਹੈ ਉਹ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ, ਲੋਕਤੰਤਰ ਨੂੰ ਖਤਰੇ 'ਚ ਪਾ ਰਿਹਾ ਹੈ। ਸੋ ਰਾਓ ਵਰਿੰਦਰ, ਇਹ ਗੱਲ ਸਾਡੇ ਮੁੱਖ ਜੱਜ ਸਾਹਿਬ ਵੱਲੋਂ ਕਹਿਣੀ ਤਾਂ ਸਾਡੇ ਜਿਹੜੇ ਇਹ ਢਾਂਚਾ ਹੈਗਾ ਇਸ ਦੇਸ਼ ਦਾ, ਜਿਹੜੇ ਲੋਕ ਹੁਕਮਰਾਨ ਨੇ, ਭਾਵੇਂ ਉਹ ਰਾਜਾਂ 'ਚ ਨੇ ਭਾਵੇਂ ਕੇਂਦਰ 'ਚ ਨੇ, ਇਹ ਉਹਨਾਂ ਵਾਸਤੇ
ਬਹੁਤ ਵੱਡਾ ਗੱਲ ਉਹ ਕਹਿ ਗਏ ਨੇ। ਕੀ ਇਹਦੇ ਤੇ ਕੋਈ ਅਸਰ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ? ਇਹ ਲੋਕ ਇਹਨੂੰ ਸੁਧਾਰ ਕਰਨਗੇ, ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈਗੀ। ਉਹਨਾਂ ਨੇ ਕਹਿ ਬਹੁਤ ਕੁਝ ਦਿੱਤਾ ਇਹ ਇੰਨੀ ਕੁ ਗੱਲ ਦੇ ਵਿੱਚ, ਤੇ ਹੈ ਵੀ ਬਹੁਤ ਵੱਡੀ ਗੱਲ ਹੈ। ਕਿਵੇਂ ਤੁਸੀਂ ਦੇਖੋ ਵੀ ਉੱਥੇ ਤੀਜਾ ਦਰਜਾ, ਅੱਜ ਅਸੀਂ ਪੜ੍ਹ ਲਿਖ ਕੇ ਲੋਕ ਚੰਦ ਤੇ ਜਾ ਚੁੱਕੇ ਨੇ, ਲੋਕ ਮੰਗਲ ਗ੍ਰਹਿ ਤੇ ਪਾਣੀ ਲੱਭਦੇ ਫਿਰਦੇ ਨੇ, ਉੱਥੇ ਬਸੋਂ ਬਸਾਉਣ ਨੂੰ ਫਿਰਦੇ ਨੇ, ਤੇ ਇੱਥੇ ਅਸੀਂ ਲੋਕ ਜਿਹੜੇ ਆ ਉਹਨਾਂ ਦਾ ਥਾਣਿਆਂ ਦੇ ਵਿੱਚ ਜਿਹੜਾ ਘਾਣ ਹੁੰਦਾ ਮਨੁੱਖੀ ਅਧਿਕਾਰਾਂ ਦਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਅੱਜ ਕੱਲ੍ਹ ਤਕਨੀਕਾਂ ਬਹੁਤ ਆ ਗਈਆਂ ਨੇ, ਉਹਨਾਂ ਤਕਨੀਕਾਂ ਦੇ ਰਾਹੀਂ ਹੀ ਕਿਸੇ ਜੇ ਕੋਈ ਕਥਿਤ ਅਪਰਾਧਕ ਮਾਮਲੇ ਵਾਲਾ ਬੰਦਾ ਹੈਗਾ, ਇਹ ਅਸਲ ਦੇ ਵਿੱਚ ਮੈਂ ਇੱਕ ਹੋਰ ਗੱਲ ਕਹਾਂ, ਚੀਫ ਜਸਟਿਸ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਹੈ। ਇਹਦੀ ਅਸਲ ਪੁਆੜੇ ਦੀ ਜੜ ਆਬਾਦੀ ਹੈ। ਤੁਸੀਂ ਨਾ ਇੰਨਿਆਂ ਨੂੰ ਰੁਜ਼ਗਾਰ ਦੇ ਸਕਦੇ ਹੋ, ਤੁਸੀਂ ਵੀ ਬਹਿ ਜਾਓ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਹਿ ਕੇ ਇੰਨੇ ਸਾਧਨ ਨਹੀਂ ਪੈਦਾ ਕਰ ਸਕਦੇ। ਅਜਿਹੇ ਮਾਮਲੇ ਦੇ ਵਿੱਚ ਫਿਰ ਤੁਹਾਨੂੰ ਸਵੈ ਰੁਜ਼ਗਾਰ ਵਾਲੇ ਪਾਸੇ ਬੱਚਿਆਂ ਨੂੰ ਲਿਜਾਣਾ ਪਵੇਗਾ। ਉਹ ਵੀ ਉਹਨਾਂ ਕੁ ਲਿਜਾਓ, ਮੁੜ ਕੇ ਭੇਡ ਚਾਲ ਨਾ ਚੱਲੇ ਵੀ ਹਰੇਕ ਉਹ ਕੁਛ ਕਰਨ ਲੱਗ ਜਾਵੇ। ਤੁਸੀਂ ਇੰਨਾ ਕੁ ਉਤਪਾਦ ਕਰਦੇ ਹੋ, ਦੇਖੋ ਵੀ ਇਸ ਦੇਸ਼ ਦੇ ਵਿੱਚ ਜਾਂ ਅਸੀਂ ਬਾਹਰ ਕਿੰਨਾ ਕੁ ਭੇਜ ਸਕਦੇ ਹਾਂ, ਉਹਦੇ ਹਿਸਾਬ ਦੇ ਨਾਲ ਯੋਜਨਾਵਾਂ ਬਣਾਈਆਂ ਜਾਣ ਤੇ ਬੱਚਿਆਂ ਨੂੰ ਸਵੈ ਰੁਜ਼ਗਾਰ 'ਚ ਲਿਆਂਦਾ ਜਾਵੇ। ਇਸੇ ਕਰਕੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਮਨੋਵਿਗਿਆਨਤਾ ਦਾ ਸ਼ਿਕਾਰ ਹੋ ਰਹੇ ਨੇ। ਬੱਚਿਆਂ ਨੂੰ ਚਾਹੀਦਾ ਇਹ ਹੈ ਕਿ ਉਹਨਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਯੋਗਤਾ ਦਿਓ। ਇਹ ਤਾਂ ਹੀ ਹੋਏਗਾ। ਮੈਨੂੰ ਯਾਦ ਹੈ ਕਿ ਰਾਜਸ਼ੇਖਰ ਰੈਡੀ ਨੇ ਕਰਨਾਟਕਾ ਦੇ ਵਿੱਚ ਸਵੈ ਰੁਜ਼ਗਾਰ ਤੇ ਦਿੱਤਾ ਸੀ। ਇੱਥੇ ਤੁਸੀਂ ਸਵੈ ਰੁਜ਼ਗਾਰ ਸ਼ੁਰੂ ਕਰ ਲਓ। ਸਭ ਤੋਂ ਪਹਿਲਾਂ ਤਾਂ 4-5 ਇਹੋ ਜਿਹੇ ਮਹਿਕਮੇ ਨੇ ਜਿਹੜੇ ਚਿੱਟੇ ਹਾਥੀ ਨੇ ਤੇ ਮਹੀਨਿਆਂ ਵਾਸਤੇ ਤੁਹਾਡੇ ਕੋਲ ਆ ਪਹੁੰਚਣਗੇ। ਤੇ ਜੇ ਕੋਈ ਤੁਸੀਂ 10 ਮਿੰਟ ਦੁਕਾਨ ਵੱਧ ਖੋਲ ਲਈ, ਫਿਰ ਆ ਪੁਲਿਸ ਵਾਲੇ ਆ ਪਹੁੰਚਦੇ ਆ। ਸੋ ਇਹ ਮਾਨਸਿਕਤਾ ਜਿਹੜੀ ਲੋਕਾਂ ਦੀ ਹੈ, ਇਹਦੀ ਦਿਸ਼ਾ ਸੁਧਾਰਨ ਦੀ ਲੋੜ ਹੈ। ਜੇ ਅਸੀਂ ਉਹਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਸਮਝੋ ਅਸੀਂ ਬਹੁਤ ਕੁਝ ਸੁਧਾਰ ਕਰ ਲਾਂਗੇ। ਚੀਫ ਜਸਟਿਸ ਸਾਹਿਬ ਨੇ ਜਿਹੜੀ ਗੱਲ ਕਹਿਤੀ ਹੈ, ਇਹ ਦੇਸ਼ ਦੇ ਹਾਕਮਾਂ ਨੂੰ ਠੰਡੇ ਸਿਰ ਦੇ ਵਿੱਚ 4 ਗੜਬੀਆਂ ਪਾਣੀ ਦੀ ਪਾ ਕੇ ਸੋਚਣ ਦੀ ਜ਼ਰੂਰਤ ਹੈ, ਲੋੜ ਹੈ। ਠੀਕ ਹੈ। ਤੇ ਇੱਕ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਜੋੜਾ ਘਰ ਦੀ ਜੋ ਖੁਦਾਈ ਦੌਰਾਨ ਇਮਾਰਤ ਮਿਲੀ ਸੀ, ਉਹ ਵੀ ਜਿਹੜਾ ਸਿੱਖ ਸਦਭਾਵਨਾ ਦਲ ਹੈ ਪ੍ਰਦਰਸ਼ਨ ਕਰ ਰਿਹਾ ਸੀ। ਉਹਨਾਂ ਨੇ ਵੀ ਐਲਾਨ ਕੀਤਾ ਕਿ ਅਸੀਂ ਪ੍ਰਦਰਸ਼ਨ ਵਾਪਸ ਲੈਂਦੇ ਹਾਂ। SGPC ਨੇ ਮੰਨ ਲਿਆ ਕਿ ਉਹ ਇਸ ਪੁਰਾਤਨ ਇਮਾਰਤ ਦੀ ਦੇਖਭਾਲ ਕਰੇਗੀ। ਇਸ ਤੇ ਵੀ ਢਿੱਲੋਂ ਸਾਹਿਬ ਅਸੀਂ ਤੁਹਾਡਾ ਪੱਖ ਜਾਣਾਂਗੇ, ਲੇਕਿਨ ਇੱਕ ਕਾਲਰ ਸਾਡੇ ਨਾਲ ਨੇ, ਆਪਾਂ ਕਾਲ ਲੈਂਦੇ ਹਾਂ। ਸਵਾਗਤ ਹੈ ਜੀ। ਸੁਖਦੇਵ ਵਾਲਾ ਵੀ ਕਰ ਲਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੈਂ ਪਿੱਪਲ ਸਿੰਘ ਬੋਲ ਰਿਹਾ ਜੀ। ਤੇ ਮੈਂ ਢਿੱਲੋਂ ਸਾਹਿਬ ਨੂੰ ਇਹ ਸਵਾਲ ਪੁੱਛਣਾ ਹੈ ਵੀ ਸਿੱਧੂ ਸਾਹਿਬ ਜਿਹੜੇ ਹੁਣੇ ਪ੍ਰਧਾਨ ਬਣੇ ਆ ਆਪਣੀ ਕਾਂਗਰਸ ਪਾਰਟੀ ਦੇ, ਉਹ ਕਹਿੰਦੇ ਵੀ ਜਦੋਂ ਸਾਡੀ ਗਵਰਨਮੈਂਟ ਆ ਗਈ ਤੇ ਅਸੀਂ ਬਿਜਲੀ ਦਾ ਮਸਲਾ ਹੱਲ ਕਰ ਦਿਆਂਗੇ ਤੇ ਹੋਰ ਕਈ ਕੁਛ ਕਰ ਦਿਆਂਗੇ। ਪਰ ਹੁਣ ਗਵਰਨਮੈਂਟ ਕਿਹਦੀ ਹੈ? ਹੁਣ ਇਹਨਾਂ ਦੇ ਹੱਥ ਕਿਹਨੇ ਫੜਿਆ? ਹੁਣ ਕਿਉਂ ਨਹੀਂ ਕਰਦੇ? ਜਿਹੜਾ ਕੁਛ ਪਹਿਲਾਂ ਅੱਗਾ ਗਾਹ ਦਾ ਉਹ ਕਹਿ ਰਹੇ ਵੀ ਕਰਾਂਗੇ, ਤੇ ਹੁਣ ਇਹਨਾਂ ਨੂੰ ਰੋਕ ਕੌਣ ਰਿਹਾ? ਇਹ ਢਿੱਲੋਂ ਸਾਹਿਬ ਤੋਂ ਸਵਾਲ ਪੁੱਛੋ ਜੀ। ਧੰਨਵਾਦ। ਉਹਨਾਂ ਨੇ ਜੀ 5 ਨੁਕਾਤੀ ਪ੍ਰੋਗਰਾਮ ਜਿਹੜਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਨੂੰ ਦੇਤਾ। ਆਪਣਾ ਸਮਾਂ ਵੀ ਪੂਰਾ ਹੀ ਹੈ ਜੀ, ਆਪਣੇ ਕੋਲ ਅੱਧਾ ਮਿੰਟ ਹੈ, ਤੇ ਇਹਨਾਂ ਦੇ ਸਵਾਲ ਦਾ ਜਵਾਬ ਉਹ 5 ਨੁਕਾਤੀ ਪ੍ਰੋਗਰਾਮ ਦੇ ਵਿੱਚ ਬਿਜਲੀ ਵਾਲਾ ਤੇ ਹੋਰ ਦੇ ਆਏ ਨੇ। ਤੇ ਦੂਜੀ ਗੱਲ ਜਿਹੜੀ ਮੈਂ ਤੁਸੀਂ ਕੋਈ ਸਵਾਲ ਪੁੱਛਿਆ ਸੀਗਾ, ਉਹਦੇ ਵਿੱਚ ਇਹ ਹੈਗਾ ਕਿ ਦਰਬਾਰੇ ਖਾਲਸਾ ਉਹਨਾਂ ਦੀ ਆਪਸ ਵਿੱਚ ਦੀ ਸ਼੍ਰੋਮਣੀ ਕਮੇਟੀ ਨੇ ਗੱਲ ਮੰਨ ਲਈ ਹੈ ਤੇ ਉਹਦੇ 'ਚ ਕਾਫੀ ਲੱਗਦਾ ਹੈ ਕਿ ਉਹ ਕਹਿੰਦੇ ਵੀ ਅਸੀਂ ਸੰਭਾਲਾਂਗੇ। ਇਹ ਮਸਲਾ ਹੱਲ ਹੋਣ ਵਾਲੇ ਪਾਸੇ ਜਾ ਰਿਹਾ। ਇੱਕ ਸ਼ਰਮਸਾਰ ਕਰਦੀ ਖਬਰ ਹੋਰ ਹੈ ਕਿ ਲੁਧਿਆਣੇ ਦੇ ਵਿੱਚ ਜਿਹੜਾ ਸ਼ਹੀਦ ਸੁਖਦੇਵ ਸਿੰਘ ਦਾ ਘਰ ਹੈ, ਪੁਰਾਤੱਤਵ ਵਿਭਾਗ ਦੇ ਕੋਲ ਹੈ, ਉਹ ਕਹਿੰਦੇ ਵੀ ਚੂਹਿਆਂ ਨੇ ਉੱਥੋਂ ਦਾ ਜਿਹੜਾ ਟਰਸਟ ਹੈ ਉਹਨਾਂ ਨੇ ਕਹਿਤਾ ਕਿ ਆਜ਼ਾਦੀ ਦਿਹਾੜੇ ਦਾ ਅਸੀਂ ਬਾਈਕਾਟ ਕਰਾਂਗੇ, ਨਹੀਂ ਜਾਵਾਂਗੇ। ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਹੈ। ਇੱਕ ਕਲਰਕ ਸੰਭਾਲ ਰਿਹਾ ਹੈ। ਜੇ ਅਸੀਂ ਆਪਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਹੀ ਨਹੀਂ ਸਕਾਂਗੇ ਤਾਂ ਐਵੇਂ ਜਿਵੇਂ ਸਾਡੀਆਂ ਧਾਰਮਿਕ ਨੇ ਦੀਵਾਨ ਟੋਡਰਮਲ ਦੀ ਹਵੇਲੀ, ਉਹ ਦੀਵਾਨ ਟੋਡਰਮਲ ਜਿਹਨੇ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਲਈ ਸੀ। ਬਹੁਤ ਸ਼ਰਮਸਾਰ ਵਾਲੀਆਂ ਗੱਲਾਂ ਅੱਜ ਸਾਹਮਣੇ ਆਈਆਂ ਨੇ ਤੇ ਸਾਡਾ ਆਪਦਾ ਹੀ ਸਿਰ ਝੁਕ ਜਾਂਦਾ ਵੀ ਯਾਰ ਅਸੀਂ ਇਸ ਮੁਲਕ ਦੇ ਵਿੱਚ ਜਿੱਥੇ ਮਨੁੱਖਤਾ ਦਾ ਕੋਈ ਗੱਲ ਨਹੀਂ ਹੋ ਰਹੀ, ਥਾਂ ਤੇ ਮਨੁੱਖਤਾ ਦਾ ਕਹਾਣੀ ਹੋ ਰਹੀ ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੇ ਬਹੁਤ ਬਹੁਤ ਧੰਨਵਾਦ ਜਿਹੜੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਹੁਣ ਅਗਲੇ ਹਫਤੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਏਗੀ, ਤੇ ਹੁਣ ਸਾਨੂੰ ਦੋਨਾਂ ਨੂੰ ਆਗਿਆ ਦਿਓ ਜੀ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ। roku ਅਤੇ Amazon Fire TV ਤੇ
ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।